4 लोगों को कत्ल किया है, शहीद किया है, उसको तुरंत पकड़ के जेल में लिया जाए और दी जाए, तो ही ये नहीं तो ਮਾਈਕ ਤੇ ਪਾਓ ਦੇ ਕੋਈ ਬੈਠ ਕੇ ਸਾਰੇ ਕਿਸਾਨ ਜਥੇਬੰਦੀਆਂ ਦੀ ਮਾਈਕ ਲੈ ਬੜੇ ਬੈਠਣ ਦੀ ਬੇਨਤੀ ਕਰਦੇ ਉਹਨਾਂ ਨੂੰ ਬੈਠਣ ਦੀ। ਕਿਸਾਨ ਜਥੇਬੰਦੀਆਂ ਦੇ ਸਾਥੀ ਉੱਥੇ ਬੀਜੇਪੀ ਦੇ ਡਿਪਟੀ ਚੀਫ ਮਿਨਿਸਟਰ ਦੇ ਪਿੰਡ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅਸੀਂ ਇਸ ਵੇਲੇ ਸੈਕਟਰ 17 ਦੇ ਵਿੱਚ ਹਾਂ, ਜਿੱਥੇ ਡੀਸੀ ਦੇ ਦਫ਼ਤਰ ਦੇ ਬਾਹਰ ਲੋਕ ਇਕੱਠੇ ਹੋਏ ਹਨ। ਕੇਂਦਰੀ ਲੇਖਕ ਸਭਾ ਅਤੇ ਹੋਰ ਜਥੇਬੰਦੀਆਂ ਦੇ ਸੱਦੇ ਤੇ ਇਹ ਇਕੱਠ ਕੀਤਾ ਗਿਆ ਹੈ। ਯੂਪੀ ਦੇ ਲਖੀਮਪੁਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰ ਦੇ ਪੁੱਤਰ ਮੋਨੂ ਮਿਸ਼ਰ ਵੱਲੋਂ ਕਿਸਾਨਾਂ ਨੂੰ ਗੱਡੀਆਂ ਦੇ ਥੱਲੇ ਦਰੜ ਦੇਣ ਦੇ ਮਾਮਲੇ ਵਿੱਚ ਇਹ ਰੋਸ ਵਜੋਂ ਇਕੱਠ ਕੀਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਕਿ ਪੁਲਿਸ ਇਸ ਇਕੱਠ ਨੂੰ ਖਦੇੜਨਾ ਚਾਹੁੰਦੀ ਹੈ ਅਤੇ ਵਾਰ-ਵਾਰ ਮੌਕੇ ਦਾ ਅਫਸਰ ਇਸ ਇਕੱਠ ਨੂੰ ਰੋਕ ਰਿਹਾ ਹੈ, ਇਹਨੂੰ ਸੀਮਤ ਕਰ ਰਿਹਾ ਹੈ ਤੇ ਲੋਕ ਥੋੜਾ ਗੁੱਸੇ ਵਿੱਚ ਆ ਗਏ ਹਨ। ਵਿਦਵਾਨ ਆਪਣੇ ਆਪ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਅਤੇ ਡਾਕਟਰ ਪਿਆਰੇ ਲਾਲ ਗਰਗ ਦਖਲਅੰਦਾਜ਼ੀ ਕਰ ਰਹੇ ਹਨ। ਇੱਥੇ ਨਾਅਰੇਬਾਜ਼ੀ ਸ਼ੁਰੂ ਹੋ ਗਈ ਹੈ। ਤੁਸੀਂ ਸਾਰੇ ਵੇਖ ਰਹੇ ਹੋ ਹਾਲਾਤ ਕੀ ਬਣ ਰਹੇ ਨੇ। ਮੈਂ ਬੋਲ ਰਹੀ ਤੁਸੀਂ ਸ਼ਾਂਤੀ ਨੂੰ ਪ੍ਰਵਾਹ ਕਰਦੇ ਹਰ 2 ਮਿੰਟਾਂ ਬਾਅਦ ਬਿਰਕ ਸਾਹਿਬ ਹਰਦੇਵ ਸਿੰਘ ਸਿਰ ਸਾਹਿਬ ਹਰ 2 ਮਿੰਟਾਂ ਬਾਅਦ ਪ੍ਰਵਾਹ ਕਰਦੇ ਆ। ਕੀ ਦੋਸ਼ਾਂ ਬਣਾ ਰੱਖਿਆ ਤੁਸੀਂ, ਕੀ ਸਮਝ ਕੇ ਰੱਖਿਆ ਤੁਸੀਂ ਉੱਥੇ? ਤੁਸੀਂ ਸ਼ਾਂਤੀ ਭੰਗ ਕਰਦੇ ਹੋ। 2 ਬੰਦੇ, ਇਹ 2 ਪੁਲਿਸ ਦੇ ਅਫਸਰ, ਬਾਰ-ਬਾਰ ਸ਼ਾਂਤੀ ਭੰਗ ਕਰਦੇ ਨੇ। ਮਿਸਟਰ ਸ਼ਰਮਾ ਤੇ ਮਿਸਟਰ ਬਿਰਕ। ਮਿਸਟਰ ਸ਼ਰਮਾ ਤੇ ਬਿਰਕ ਬਾਹਰ ਆ ਜਾਓ। ਤੁਹਾਨੂੰ ਵਾਰਨਿੰਗ ਦੇ ਰਹੇ ਅਸੀਂ, ਵਾਰਨਿੰਗ। ਤੁਸੀਂ ਸਾਨੂੰ ਅੱਗ ਬਬੂਲਾ ਨਾ ਕਰੋ। ਉਧਰ ਬੈਠਦਾ ਜਾਓ। माइक किसके पास? ਇੱਕ ਮਿੰਟ ਪਰੇ ਹੋਇਓ। ਇੱਕ ਮਿੰਟ ਲੱਗ ਜਾਓ। ਇੱਕ ਮਿੰਟ ਆ ਜਾਓ। मेमोरेंडम देना चाहते हैं, मेमोरेंडम दिला देंगे। नहीं टकराव की चल रहे हैं, बहस की कुछ नहीं, बस चल रही है, रस्से मार के रस्से लगाओ। सर आया था कभी ना और कुछ नहीं करना। बलजिंदर ਸਾਨੂੰ ਬਾਹਾਂ ਤੋਂ ਚੁੱਕ ਕੇ ਲੱਤਾਂ ਤੋਂ ਘਸੀਟ ਕੇ ਬੱਸ 'ਚ ਸੁੱਟਣਾ ਚਾਹੁੰਦੇ ਸੀ। ਅਸੀਂ ਕਿਹਾ ਇਹ ਨਹੀਂ ਚੱਲੂਗਾ, ਤੁਸੀਂ ਹੱਥ ਲਾ ਕੇ ਦਿਖਾ ਲਓ ਸਾਨੂੰ। ਫਿਰ ਉਹ ਪਿੱਛੇ ਹਟੇ। ਇਹ ਜਗ੍ਹਾ ਉਹਨਾਂ ਨੇ ਖੁਦ ਸਾਨੂੰ ਕਹੀ ਹੈ। ਆ ਉਹਨਾਂ ਦੇ ਵੱਡੇ ਸਰਦਾਰ ਜੀ ਇੱਕ ਅਫਸਰ ਹੈਗੇ ਆ, ਕਿਹਾ ਕਿ ਤੁਸੀਂ ਇੱਥੇ ਬੈਠ ਜਾਓ। ਹਾਂ ਚਰਨਜੀਤ ਵਿਰਕ ਹਾਂ ਚਰਨਜੀਤ ਵਿਰਕ ਨੇ ਕਿਹਾ ਕਿ ਤੁਸੀਂ ਇੱਥੇ ਬੈਠ ਜਾਓ। ਅਸੀਂ ਬੈਠ ਗਏ ਆ ਚਰਨਜੀਤ ਵਿਰਕ ਦੇ ਕਹਿਣ ਤੇ। ਆ ਹੁਣ ਜਿਵੇਂ ਮੱਝਾਂ ਨੂੰ ਤੁਸੀਂ ਰੱਸਾ ਪਾਉਨੇ, ਡੰਗਰਾਂ ਨੂੰ ਇੱਥੇ ਰੱਸਾ ਪਾਤਾ। ਇਹ ਹੱਦ ਹੋ ਗਈ। ਅਸੀਂ ਤੁਹਾਡੇ ਤੇ ਸਾਨੂੰ ਕੀ ਭਰੋਸਾ, ਤੁਸੀਂ ਸਾਡੇ ਤੇ ਭਰੋਸਾ ਨਹੀਂ ਕਰਦੇ। ਸਰਕਾਰਾਂ ਦੇ ਕੀ ਭਰੋਸਾ, ਇੱਥੇ ਖੱਟੜ ਤੇ ਕੀ ਭਰੋਸਾ ਜਿਹੜਾ ਕਹਿੰਦਾ ਡਾਂਗਾ ਲੈ ਕੇ ਲੋਕਾਂ ਨੂੰ ਕੁੱਟੋ। ਆਪਾਂ ਨੂੰ ਸ਼ਰੀਆਮ ਆਪਣੇ ਵਰਕਰਾਂ ਨੂੰ ਕਹਿ ਰਿਹਾ। ਸਾਨੂੰ ਆਪਸੀ ਭਰੋਸਾ ਬਣਾ ਕੇ ਰੱਖਣਾ ਪਊਗਾ। ਪੁਲਿਸ ਨੂੰ ਵੀ ਸਿੱਖਣਾ ਪਊਗਾ ਕਿ ਇਹ ਲੋਕ ਆ, ਇਹਨਾਂ ਦੀ ਕਮਾਈ ਸਿਰ ਤੇ ਤੁਹਾਨੂੰ ਤਨਖਾਹਾਂ ਮਿਲਦੀਆਂ, ਤੁਹਾਡੀ ਵਰਦੀ ਇਹਨਾਂ ਕਰਕੇ ਆ, ਨਾ ਕਿ ਅਸੀਂ ਤੁਹਾਡੀ ਵਰਦੀ ਕਰਕੇ ਆ।
ਇਹਨਾਂ ਨੂੰ ਸਮਝਣਾ ਚਾਹੀਦਾ। ਇਹਨਾਂ ਨੂੰ ਸਮਝ ਨਹੀਂ ਆਏ। 100 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਸਰਕਾਰ ਹੋਰ ਕਿੰਨੇ ਇਮਤਿਹਾਨ ਲਊਗੀ? ਮੈਂ ਇਹੀ ਕਹਿਣਾ ਨਾ ਕਿ ਇਹਨਾਂ ਨੂੰ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ। ਕਿਸਾਨ ਇਹਨਾਂ ਦੇ ਭੈਣ ਭਰਾ ਆ, ਇਹ ਕਿਉਂ ਡਾਂਗਾ ਲੈ ਕੇ 24 ਘੰਟੇ ਸਾਡੇ ਤੇ ਆ ਜਾਂਦੇ ਆ? ਇਸ ਲਈ ਸਾਡਾ ਵੀ ਇਹੀ ਕਹਿਣਾ ਹੋਊਗਾ। ਪਰ ਉਹਦੇ ਬਾਵਜੂਦ ਵੀ ਜੇ ਤੁਸੀਂ ਬਾਰ-ਬਾਰ ਕੋਈ ਤਲੂਖਣੀ ਦਓਗੇ ਤਾਂ ਫਿਰ ਹੋ ਸਕਦਾ ਸਾਡੇ ਵਾਸਤੋਂ ਵੀ ਗੱਲ ਬਾਹਰ ਹੋਏ। 3 ਵਾਰੀ 3 ਹਮਲੇ ਸਵੇਰ ਦੇ ਹੋ ਚੁੱਕੇ ਆ। ਅਸੀਂ ਤੇ ਆਰਾਮ ਨਾਲ ਬੈਠੇ ਆ, ਗੱਲਬਾਤ ਕਰ ਰਹੇ ਆ, ਸ਼ਰਧਾਂਜਲੀ ਦਿੱਤੀ ਹੈ ਉਹਨਾਂ ਵਿਛੜੀਆਂ ਰੂਹਾਂ ਨੂੰ। ਔਰ ਇੱਧਰ ਇਹ ਲਿਆ ਕੇ ਜਿਵੇਂ ਬੱਕਰੀਆਂ ਬੰਨਣੀਆਂ ਹੁੰਦੀਆਂ ਰੱਸਾ ਲਾਤਾ, ਇਹ ਬਹੁਤ ਮਾੜੀ ਗੱਲ ਹੈ। ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕਿੱਥੋਂ ਹੁਕਮ ਨੇ, ਇਹਨਾਂ ਨੂੰ ਕਿੱਥੋਂ ਹੁਕਮ ਹੋਏ ਨੇ? ਕਿਤੇ ਨਾ ਕਿਤੇ ਇਹਨਾਂ ਦੇ ਅਫਸਰ ਤੇ ਇਹਨਾਂ ਦੇ ਆਰਡਰ ਇਹਨਾਂ ਨੂੰ ਕਰਦੇ ਹੀ ਹੋਣਗੇ ਕਿ ਤੁਸੀਂ ਆਹ ਕਰੋ, ਆਹ ਕਰੋ, ਆਹ ਕਰੋ। ਜਾਣੀ ਜੇ ਜਨਤਾ ਦੇ ਭਰੋਸਾ ਨਹੀਂ, ਇਹਨਾਂ ਪ੍ਰੋਫੈਸਰਾਂ ਦੇ ਭਰੋਸਾ ਨਹੀਂ, ਇਹਨਾਂ ਨੌਜਵਾਨਾਂ ਦੇ ਜਿਹੜੇ 10 ਮਹੀਨੇ ਹੋ ਗਏ ਚੌਂਕਾਂ ਤੇ ਖੜੇ ਝੰਡੇ ਲੈ ਕੇ ਉਹਨਾਂ ਦੇ ਭਰੋਸਾ ਨਹੀਂ, ਤੇ ਤੁਹਾਨੂੰ ਨਾ ਦੁੱਕੀ ਬੰਦਿਆਂ ਦੇ ਉੱਤੇ ਜਿਹੜੇ ਅਫਸਰ ਆ ਤੁਹਾਡੇ ਫੀਤੀਆਂ ਲਾ ਕੇ ਉਹਨਾਂ ਦੇ ਭਰੋਸਾ ਆ। ਇਹ ਮਾੜੀ ਗੱਲ ਹੈ। ਡਾਕਟਰ ਸਿਰਸਾ ਤੁਸੀਂ ਕੀ ਕਹਿੰਦੇ ਹੋ? ਇਹ ਸਾਰਾ ਜਿਹੜਾ ਹੁਣ ਪੁਲਿਸ ਨਾਲ ਤੁਹਾਡੀ ਬਹਿਸ ਹੋਈ ਆ, ਦੇਖੋ ਕਿਸਾਨ ਜਥੇਬੰਦੀਆਂ ਦੀ ਕਾਲ ਦੇ ਉੱਤੇ ਅਸੀਂ 10 ਵਜੇ ਤੋਂ ਲੈ ਕੇ 1 ਵਜੇ ਤੱਕ ਇੱਥੇ ਪੁਰਅਮਨ ਸ਼ਾਂਤੀਮਈ ਤਰੀਕੇ ਨਾਲ ਬਹਿ ਕੇ ਰੋਸ ਪ੍ਰਗਟ ਕਰਾਂਗੇ। ਸਾਡਾ ਕੋਈ ਵੀ ਸਾਥੀ ਕਾਨੂੰਨ ਨਹੀਂ ਤੋੜੇਗਾ। ਅਸੀਂ ਜਦੋਂ ਸਿਰਫ 20 ਬੰਦੇ ਸੀ ਇੱਥੇ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਪਿਛਲੇ 1 ਸਾਲ ਤੋਂ ਤੁਸੀਂ ਦੇਖਦੇ ਹੋ ਅਸੀਂ ਹਮੇਸ਼ਾ ਪੁਰਅਮਨ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿੰਦੇ ਹੋ, ਸਾਨੂੰ ਤੁਸੀਂ ਇੱਥੇ ਬਹਿਣ ਦਿਓ। ਇਹ ਸਾਨੂੰ ਬਹਿਣ ਨਹੀਂ ਸੀ ਦੇ ਰਹੇ। ਇਹ ਤੀਸਰਾ ਹਮਲਾ ਆ। ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਪ੍ਰੋਫੈਸਰ ਪਿਆਰੇ ਲਾਲ ਗਰਗ ਨੂੰ, ਜਿਹੜੇ ਪੰਜਾਬ ਦੀ ਸਭ ਤੋਂ ਵੱਡੀ ਹੈਲਥ ਯੂਨੀਵਰਸਿਟੀ ਦੇ ਰਜਿਸਟਰ ਰਿਟਾਇਰ ਹੋਏ ਨੇ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਪ੍ਰੋਫੈਸਰ ਰਿਟਾਇਰ ਹੋਏ ਨੇ, ਮੈਡਮ ਰੀਤ ਜਿਹੜੇ ਪੰਜਾਬ ਹੈਲਥ ਸਰਵਿਸ ਦੇ ਡਾਇਰੈਕਟਰ ਨੇ, ਸਾਨੂੰ ਇਹ ਘੜੀਸ ਕੇ ਬੱਸਾਂ ਵਿੱਚ ਛੱਡਦੇ ਸੀ। ਇਹਨਾਂ ਨੇ ਮੇਰੇ ਹੁੱਜਾਂ ਮਾਰੀਆਂ, ਮੈਨੂੰ ਗਲੇ ਤੋਂ ਫੜ ਕੇ ਖਿੱਚਿਆ। ਮੈਂ ਮੈਨੂੰ ਨਾਂ ਲੈਣ 'ਚ ਕੋਈ ਇਤਰਾਜ਼ ਨਹੀਂ। ਇਹਨਾਂ ਦੇ 2 ਪੁਲਿਸ ਅਫਸਰ ਆ ਜਿਨ੍ਹਾਂ ਦੀਆਂ ਅਸੀਂ ਵੀਡੀਓ ਰਿਕਾਰਡਿੰਗ ਕੀਤੀਆਂ ਗਈਆਂ, ਜਿਨ੍ਹਾਂ ਦੀਆਂ ਕੱਲ ਨੂੰ ਫੋਟੋ ਲੱਗ ਜਾਣਗੀਆਂ, ਦੇਖ ਲੈਣ। ਇਹ 2 ਪੁਲਿਸ ਅਫਸਰ ਆ ਜਿਹੜੇ ਬਾਰ-ਬਾਰ ਸਾਨੂੰ ਪ੍ਰਵੋਕ ਕਰਦੇ ਆ। ਅਸੀਂ ਅੱਜ ਤੱਕ ਪ੍ਰਵੋਕ ਨਹੀਂ ਹੋਏ। ਅਸੀਂ ਸ਼ਾਂਤਮਈ ਰਹਾਂਗੇ। ਸਾਡੇ ਉੱਤੇ ਚਾਹੇ ਬੱਸਾਂ ਚੜਾਉਣ, ਚਾਹੇ ਲਾਠੀ ਚਾਰਜ ਕਰਨ, ਜੋ ਮਰਜ਼ੀ ਕਰਨ। ਜਿਸ ਤਰ੍ਹਾਂ ਦੇਣੀ ਚਾਹੁੰਦੇ ਆ ਕਿ ਇਹ ਖਾਕੀ ਦੀ ਬਦਨਾਮੀ ਨਾ ਕਰਨ। ਜਿਸ ਸ਼ਾਂਤਮਈ ਬੈਠੇ ਆ। ਇਹ 90 ਸਾਲ ਦੇ ਬਜ਼ੁਰਗ ਬੈਠੇ ਨੇ। ਦੱਸੋ ਅਸੀਂ ਇਹਨਾਂ ਨੂੰ ਕੀ ਕਹਿੰਦੇ ਆ? ਇਹਨਾਂ ਨੇ ਕਿਹਾ ਉੱਥੋਂ ਉੱਠ ਜਾਓ, ਅਸੀਂ ਉੱਥੋਂ ਉੱਠ ਕੇ ਇੱਥੇ ਆ ਗਏ। ਪ੍ਰੋਫੈਸਰ ਸਿਰਸਾ ਜਿਸ ਤਰ੍ਹਾਂ ਜਿਸ ਤਰ੍ਹਾਂ ਕੱਲ ਲਖੀਮਪੁਰ ਵਿੱਚ ਹੋਇਆ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੇ ਗੱਡੀਆਂ ਚੜਾਈਆਂ ਨੇ, ਉਹਨੂੰ ਕਿਤੋਂ ਸ਼ੈ ਮਿਲੀ ਹੋਊਗੀ। ਕੀ ਤੁਸੀਂ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਮੰਨਦੇ ਹੋ ਇਹਨਾਂ ਨੂੰ ਕਿਸੇ ਦੀ ਸ਼ੈ ਆ? ਮੈਂ ਉਹਨਾਂ ਬੱਚਿਆਂ ਨੂੰ ਕਸੂਰਵਾਰ ਕਿਵੇਂ ਮੰਨਾਂ? ਮੈਂ ਇਹਨਾਂ ਪੁਲਿਸ ਵਾਲਿਆਂ ਨੂੰ ਕਸੂਰਵਾਰ ਕਿਵੇਂ ਮੰਨਾਂ? ਜਦੋਂ ਹਰਿਆਣੇ ਦਾ ਮੁੱਖ ਮੰਤਰੀ ਖੱਟਰ ਸਾਹਿਬ ਜਦੋਂ ਇਹ ਕਹੇ ਆਪਣੇ ਕਾਡਰ ਨੂੰ ਕਿ ਤੁਸੀਂ 700 ਤੋਂ ਲੈ ਕੇ 1000 ਤੱਕ ਦੇ ਬੰਦੇ ਤਿਆਰ ਕਰ ਲਓ, ਆਪਣੇ ਕੋਲੇ ਡੰਡੇ ਰੱਖੋ, ਜਿੱਥੇ ਕਿਸਾਨ ਮਿਲਦੀ ਹੈ ਇਹਨਾਂ ਨੂੰ ਜੋ ਡਿਜ਼ਰਵ ਕਰਦੇ ਉਵੇਂ ਸੱਜੋ। ਜੇ ਇੱਕ ਸਟੇਟ ਦਾ ਮੁੱਖ ਮੰਤਰੀ ਇੰਨਾ ਗੈਰ ਜ਼ਿੰਮੇਵਾਰ ਹੋ ਸਕਦਾ ਆ, ਇੰਨੀ ਪ੍ਰਵੋਕ ਕਰਨ ਵਾਲੀ ਸਟੇਟਮੈਂਟ ਦੇ ਸਕਦਾ ਆ, ਫਿਰ ਅਫਸਰਾਂ ਤੋਂ ਕੀ ਉਮੀਦ ਕਰਗੇ? ਇਹ ਅਫਸਰਾਂ ਨੂੰ ਸਮਝ ਆਉਣੀ ਚਾਹੀਦੀ ਆ ਕਿ ਇਹ ਕਾਨੂੰਨ ਦੀ ਰਖਵਾਲੀ ਲਈ ਨੇ, ਨਾ ਕਿ ਇਹ ਲੋਕਾਂ ਨੂੰ ਕੁੱਟਣ ਵਾਸਤੇ ਨੇ। ਕੱਲ 4 ਕਿਸਾਨ ਜਿਹੜੇ ਘਰਾਂ ਨੂੰ ਮੁੜ ਰਹੇ ਸੀ, ਰੈਲੀ ਖਤਮ ਹੋ ਚੁੱਕੀ ਸੀ, ਕਿਸਾਨ ਘਰਾਂ ਨੂੰ ਮੁੜ ਰਹੇ ਸੀ, 4 ਕਿਸਾਨ ਗੱਡੀਆਂ ਚੜਾ ਕੇ ਦਰੜ ਦਿੱਤੇ ਗਏ, 2 ਰਾਹਗੀਰ ਦਰੜ ਦਿੱਤੇ ਗਏ ਤੇ 2 ਹੋਰ ਸਾਥੀ। ਇਹ ਜਿਹੜੇ 8 ਲੋਕ ਉੱਥੇ ਮਰੇ ਨੇ, 8 ਵਿਅਕਤੀ ਮਰੇ ਨੇ, ਸਾਡੇ ਭਰਾ ਮਰੇ ਨੇ, ਸਾਡੇ ਪਰਿਵਾਰਾਂ ਦੇ ਜੀ ਮਰੇ ਨੇ। ਸਾਡੇ ਮਨਾਂ 'ਚ ਉਹਨਾਂ 8 ਦਾ ਹੀ ਬਹੁਤ ਦੁੱਖ ਆ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਦੇ ਹੋਣ। ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਨਾਲ ਪੁਰਅਮਨ ਗੱਲਬਾਤ ਕਰੇ, ਕਿਸਾਨਾਂ ਦੇ ਖਿਲਾਫ ਬਣਾਏ 3 ਕਾਨੂੰਨ ਵਾਪਸ ਕੀਤੇ ਜਾਣ, MSP ਦੀ ਗਾਰੰਟੀ ਕੀਤੀ ਜਾਵੇ, ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਘਰਾਂ 'ਚ ਭੇਜਿਆ ਜਾਵੇ। ਤੇ ਹਿੰਦੁਸਤਾਨ ਦੀ ਸਰਕਾਰ ਨੂੰ ਹੁਣ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਆ। ਹਿੰਦੁਸਤਾਨ ਦੀ ਸਰਕਾਰ ਨੇ ਬੰਗਾਲ ਵਿੱਚ ਆਪਣਾ ਹਸ਼ਰ ਦੇਖ ਲਿਆ। ਅੱਜ ਹਾਲਤ ਇਹ ਆ ਕਿ ਲੋਕ ਰੋਟੀ ਲਈ ਆਤਰ ਆ। ਅੱਜ ਪੰਜਾਬ ਖਾਲੀ ਹੋ ਗਿਆ, ਘਰਾਂ ਨੂੰ ਜਿੰਦੇ ਲੱਗ ਰਹੇ ਨੇ, ਬੱਚੇ ਬਾਹਰ ਨੂੰ ਭੱਜ ਰਹੇ ਨੇ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਇੱਕ ਮਿੰਟ, ਜਿਸ ਤਰ੍ਹਾਂ ਅੱਜ ਮੀਡੀਆ ਨੇ ਖਬਰਾਂ ਛਾਪੀਆਂ ਨੇ 8 ਕਿਸਾਨ ਉਪਦਰਵੀ ਹਲਾਕ ਮਾਰੇ ਗਏ। ਉਪਦਰਵ ਉਹਨਾਂ ਨੇ ਕਰਾਰ ਦਿੱਤਾ, ਮੀਡੀਆ ਨੇ ਕਿਸਾਨਾਂ ਨੂੰ ਆਖਿਆ ਕਿ ਉਹ ਉਪਦਰਵੀ ਸੀ, ਦੰਗਈ ਸਨ। ਇਹਦੇ ਬਾਰੇ ਕੀ ਆਖੋਗੇ? ਦੇਖੋ 2 ਤਰ੍ਹਾਂ ਦਾ ਮੀਡੀਆ ਆ। ਇੱਕ ਮੀਡੀਆ ਉਹ ਆ ਜਿਹੜਾ ਲੋਕਾਂ ਦੇ ਦੁੱਖ ਸੁੱਖ ਵਿੱਚ ਲੋਕਾਂ ਦੀ ਨਾਲ ਭੂਮਿਕਾ ਨਿਭਾ ਰਿਹਾ ਆ। ਇੱਕ ਮੀਡੀਆ ਉਹ ਆ ਵੱਡੇ ਮੀਡੀਆ ਹਾਊਸ ਜਿਹੜੇ ਮੋਦੀ ਦੇ ਇਸ਼ਾਰਿਆਂ ਤੇ ਚੱਲਦੇ ਨੇ, ਜਿਨ੍ਹਾਂ ਨੂੰ ਲੋਕ ਗੋਦੀ ਮੀਡੀਆ ਕਹਿੰਦੇ ਨੇ। ਅੱਜ ਅਖਬਾਰਾਂ ਨੇ ਉਹ ਕੁਝ ਵੀ ਛਾਪਿਆ ਆ ਜਿਹੜਾ ਸਰਕਾਰ ਦੇ ਮੂੰਹ ਤੇ ਧੱਬਾ ਆ, ਜਿਹੜਾ ਸਰਕਾਰ ਦੇ ਮੂੰਹ ਤੇ ਚਪੇੜ ਆ। ਮੈਂ ਉਹਨਾਂ ਪੱਤਰਕਾਰਾਂ ਨੂੰ, ਉਸ ਮੀਡੀਆ ਨੂੰ ਮੈਂ ਸਲਾਮ ਕਰਦਾ ਆ
ਜਿਹੜੇ ਸੱਚ ਦੀ ਰਾਖੀ ਲਈ ਲੜ ਰਹੇ ਨੇ, ਮਰ ਰਹੇ ਨੇ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਤਾਜ਼ਾ ਖਬਰ ਇਹ ਆਈ ਆ ਕਿ ਯੂਪੀ ਸਰਕਾਰ ਨੇ ਪਾਬੰਦੀ ਲਾ ਦਿੱਤੀ ਆ ਕਿ ਪੰਜਾਬ ਦਾ ਕੋਈ ਵੀ ਵਸਨੀਕ ਯੂਪੀ 'ਚ ਨਹੀਂ ਜਾ ਸਕਦਾ। ਪ੍ਰਿਯੰਕਾ ਤੇ ਅਖਿਲੇਸ਼ ਨੂੰ ਵੀ ਜਾਣ ਨਹੀਂ ਦਿੱਤਾ। ਸਰਕਾਰ ਨੂੰ ਇਹ ਪੁੱਛਣੀ ਚਾਹੁੰਦਾ ਕਿ ਅਸੀਂ ਇਸ ਦੇਸ਼ ਦੇ ਵਾਸੀ ਆ, ਸਾਡੇ ਬੱਚੇ ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆ। ਪੰਜਾਬ ਦੇ ਬੱਚੇ ਰੋਜ਼ ਕਫਨਾਂ 'ਚ ਲਪੇਟ ਕੇ ਆਉਂਦੇ ਆ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ। ਪੰਜਾਬ ਦਾ ਕਿਸਾਨ ਇਸ ਦੇਸ਼ ਨੂੰ ਅੰਨ ਦਿੰਦਾ ਆ। ਅਸੀਂ ਇਸ ਦੇਸ਼ ਦੇ ਨਾਗਰਿਕ ਆ, ਇਹ ਦੇਸ਼ ਸਾਡਾ ਆ। ਮੈਨੂੰ ਹਿੰਦੁਸਤਾਨ 'ਚ ਕਿਤੇ ਵੀ ਜਾਣ ਦਾ ਹੱਕ ਆ। ਜੇ ਮੈਂ ਯੂਪੀ 'ਚ ਨਹੀਂ ਜਾ ਸਕਦਾ, ਮੈਨੂੰ ਦੱਸ ਦਿਓ ਫਿਰ ਮੇਰਾ ਕਿਹੜਾ ਦੇਸ਼ ਆ, ਮੈਂ ਕਿੱਥੇ ਜਾਵਾਂ। ਤੁਸੀਂ ਪ੍ਰਗਤੀਸ਼ੀਲ ਦੇਸ਼ ਧਰੋਹੀ ਕਹਿਣਗੇ। ਤੁਸੀਂ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਸੰਬੰਧਤ ਹੋ ਤੇ ਤੁਸੀਂ ਮੁਲਕ ਭਰ ਦੇ ਲੇਖਕਾਂ ਨੂੰ ਇਕੱਠੇ ਕਰੋਗੇ ਇਸ ਇਸ਼ੂ ਤੇ? ਦੇਖੋ, ਮੈਂ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਦਾ ਆਲ ਇੰਡੀਆ ਦਾ ਸੈਕਟਰੀ ਆ। ਮੈਂ ਸਵੇਰੇ ਹੀ ਆਪਣੀਆਂ ਸਾਰੀਆਂ ਸਟੇਟਾਂ ਨੂੰ ਇਹ ਬੇਨਤੀ ਕਰ ਦਿੱਤੀ ਆ ਕਿ ਸਾਰੀਆਂ ਸਟੇਟਾਂ ਦੇ ਵਿੱਚ ਇਸ ਕਿਸਾਨ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾਈ ਜਾਵੇ, ਥਾਂ ਥਾਂ ਤੇ ਧਰਨੇ ਮੁਜ਼ਾਹਰੇ ਕੀਤੇ ਜਾਣ। ਅਸੀਂ ਸੜਕਾਂ ਤੇ ਨਹੀਂ ਉਤਰਨਾ ਚਾਹੁੰਦੇ। ਅਸੀਂ ਪੜ੍ਹੇ ਲਿਖੇ ਲੋਕ ਆ, ਅਸੀਂ ਬੁੱਧੀਜੀਵੀ ਲੋਕ ਆ, ਅਸੀਂ ਕਾਨੂੰਨ ਜਾਣਦੇ ਆ। ਅਸੀਂ ਦੇਸ਼ ਦਾ, ਇਸ ਦੇਸ਼ ਦੀ ਅਸੀਂ ਅਜ਼ਮਤ ਨੂੰ ਜਾਣਦੇ ਆ। ਸਾਡਾ ਦੇਸ਼ ਆ, ਸਾਡੇ ਮਾਪਿਆਂ ਨੇ ਸਿੰਜਿਆ ਦੇਸ਼, ਸਾਡੇ ਕਿਸਾਨਾਂ ਨੇ ਖੂਨ ਪਸੀਨੇ ਨਾਲ ਦੇਸ਼ ਆ। ਅਸੀਂ ਇਸ ਦੇਸ਼ ਦੇ ਨਾਗਰਿਕ ਆ। ਅਸੀਂ ਇਸ ਦੇਸ਼ ਨੂੰ ਖੁਸ਼ਹਾਲ ਹੁੰਦਾ ਦੇਖਣਾ ਚਾਹੁੰਦੇ ਆ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਇਹ ਦੇਸ਼, ਅਸੀਂ ਇਹਨਾਂ ਤੋਂ ਦੇਸ਼ ਧਰੋਹੀ ਦੇ ਸਰਟੀਫਿਕੇਟ ਅਸੀਂ ਨਹੀਂ ਲੈਣੇ। ਇਹ ਲੋਕ ਦੱਸ ਰਹੇ ਨੇ ਕਿ ਕੌਣ ਦੇਸ਼ ਵਾਸੀ ਆ ਤੇ ਕੌਣ ਦੇਸ਼ ਧਰੋਹੀ ਆ। ਲੋਕ ਦੱਸ ਰਹੇ ਨੇ, ਲੋਕ ਦੇਖ ਰਹੇ ਨੇ। ਇਹ ਸਾਨੂੰ ਦੇਖਦੇ ਨੇ, ਇਹਨਾਂ ਨੂੰ ਹਜ਼ਾਰਾਂ ਅੱਖਾਂ ਦੇਖ ਰਹੀਆਂ ਨੇ। ਜੀ ਸ਼ੁਕਰੀਆ। ਆਪਾਂ ਗੱਲ ਕਰਦੇ ਹਾਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪ੍ਰੇਮ ਸਿੰਘ ਪੰਗੂ ਹੋਰਾਂ ਨਾਲ। ਉਹ ਇੱਥੇ ਚੰਡੀਗੜ੍ਹ ਧਰਨੇ ਵਿੱਚ ਅਤੇ ਡੀਸੀ ਨੂੰ ਰੋਸ ਪੱਤਰ ਦੇਣ ਲਈ ਇੱਥੇ ਪਹੁੰਚੇ ਹੋਏ ਨੇ। ਪ੍ਰੇਮ ਸਿੰਘ ਪੰਗੂ ਜੀ, ਕੱਲ ਦੀ ਹਿੰਸਾ ਬਾਰੇ ਤੁਹਾਡਾ ਕੀ ਕਹਿਣਾ ਹੈ? ਬਹੁਤ ਮੰਦਭਾਗੀ ਹੈ, ਨਿੰਦਣਯੋਗ ਹੈ। ਇਹਦਾ ਸਪਸ਼ਟ ਸੰਕੇਤ ਇਹ ਹੈ ਕਿ ਯੂਪੀ ਦੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ, ਯੂਪੀ ਦੇ ਅੰਦਰ ਜਮਹੂਰੀਅਤ ਇਹ ਫੇਲ ਹੋ ਚੁੱਕੀ ਹੈ ਔਰ ਜੰਗਲ ਦਾ ਰਾਜ ਹੈ। ਉਹ ਭਾਰਤੀ ਜਨਤਾ ਪਾਰਟੀ ਜਿਹੜੀ ਇਹਨਾਂ ਚੀਜ਼ਾਂ ਦੀ ਦਾਅਵੇਦਾਰ ਹੈ, ਵਕਾਲਤ ਕਰਦੀ ਸੀ, ਉਹ ਅੱਜ ਇੰਨੀ ਬੁਖਲਾਹਟ ਤੇ ਘਬਰਾਹਟ ਦੇ ਵਿੱਚ ਆਈ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਅੰਦੋਲਨ ਦੀ ਚੜ੍ਹਾਈ ਦੇਖੋ, ਸ਼ਾਂਤਮਈ ਅੰਦੋਲਨ 1 ਸਾਲ ਤੋਂ ਚੱਲਦਾ ਹੋਇਆ ਉਸ ਨੇ ਕਿੰਨੀਆਂ ਕੋਝੀਆਂ ਹਰਕਤਾਂ ਨੂੰ, ਮੀਨ ਟੈਕਟਿਕਸ ਨੂੰ ਪਛਾੜਿਆ। ਸਾਡੇ ਪਰ ਮੁਕੱਦਮੇ ਦਰਜ ਹੋਏ, ਰਿਪਰੈਸ਼ਨ ਹੋਇਆ। ਕੋਈ ਸਾਡੇ ਸਮੇਤ ਕਿਸਾਨ ਆਗੂ ਨਹੀਂ ਜਿਹੜੇ 4 FIR ਦਰਜ ਨਹੀਂ। ਹਜ਼ਾਰਾਂ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਹੋਏ ਹੈ, ਬਿਹਾਰ ਨਾਲ ਹਰਿਆਣਾ 'ਚ ਹੋਏ, ਯੂਪੀ 'ਚ ਵੀ ਹੋ ਰਹੇ ਨੇ। ਔਰ ਕਿੰਨਾ ਉਸ ਨੂੰ ਬਦਨਾਮ ਕਰਨ ਲਈ ਸਾਡੇ ਮੋਰਚੇ ਨੂੰ ਕਦੇ ਖਾਲਿਸਤਾਨੀ, ਕਦੇ ਨੈਕਸਲਾਈਟ ਕਿੰਨਾ ਕੀਤਾ ਹੈ, ਪਰ ਮੋਰਚਾ ਜਿਹੜਾ ਸ਼ਾਂਤਮਈ ਰਿਹਾ। ਇੱਕੋ ਹੀ ਘਟਨਾ ਜਿਹੜਾ ਰਿਜ਼ਲਟ ਉਸਦਾ ਇਹ ਹੈ ਵੀ 27 ਤਰੀਕ ਨੂੰ ਜਿਹੜਾ ਭਾਰਤ ਬੰਦ ਹੋਇਆ, ਇਹ ਬਹੁਤ ਅਨਪ੍ਰੈਸੀਡੈਂਟਡ ਹੈ। ਇਹ ਭਾਰਤ ਬੰਦ ਕੇਵਲ ਖੇਤੀ ਮੁੱਦਿਆਂ ਤੇ ਸੀਮਿਤ ਨਹੀਂ। ਇਹ ਭਾਰਤ ਬੰਦ ਹੈ ਜਿਹੜਾ ਜਿਸ ਨੇ ਸਾਰੇ ਦੇਸ਼ ਨੂੰ, ਸਾਰੇ ਦੇਸ਼ ਦੇ ਵਰਕਰਾਂ ਨੂੰ, ਇੰਕਲੂਡਿੰਗ ਪਬਲਿਕ ਸੈਕਟਰ, ਵਰਕਿੰਗ ਕਲਾਸ, ਅਨਆਰਗੇਨਾਈਜ਼ਡ ਸੈਕਟਰ, ਵਿਦਿਆਰਥੀ, ਨੌਜਵਾਨ, ਉਹ ਸਾਰੇ ਖੁੱਲ੍ਹ ਕੇ ਇਸ ਦੇ ਉੱਪਰ ਸੜਕਾਂ ਦੇ ਉੱਪਰ ਆਏ ਨੇ। ਉਹਦਾ ਸੰਕੇਤ ਇਹ ਹੈ ਜਿਹੜੀ ਲੜਾਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅਪਣਾਈ ਗਈਆਂ ਸਾਮਰਾਜੀ ਵਿਸ਼ਵੀਕਰਨ ਦੀ ਨੀਤੀਆਂ, ਕਾਰਪੋਰੇਟ ਪੱਖੀ ਨੀਤੀਆਂ, ਲੋਕ ਵਿਰੋਧੀ ਨੀਤੀ ਦੇ ਖਿਲਾਫ ਦੇਸ਼ ਅੱਜ ਇੱਕ ਹੋ ਗਿਆ। ਜਿਸ ਤਰ੍ਹਾਂ ਕਰਕੇ ਬੀਜੇਪੀ ਘਬਰਾਈ ਹੈ। ਹਾਂ, ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਹਰਿਆਣਾ ਵਿੱਚ ਕਿਸਾਨਾਂ ਦੀ ਕੁੱਟਮਾਰ ਹੋਈ, ਹਿੰਸਾ ਹੋਈ, ਅਤੇ ਹੁਣ ਯੂਪੀ ਵਿੱਚ, ਕੀ ਤੁਸੀਂ ਮੰਨਦੇ ਹੋ ਕਿ ਬੀਜੇਪੀ ਦੇ ਰਾਜ ਵਾਲੇ ਸੂਬਿਆਂ ਨੂੰ ਇਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿਰੁੱਧ ਲੈਬੋਰਟਰੀ ਬਣਾਇਆ ਜਾ ਰਿਹਾ ਹੈ? ਦੇਖੋ, ਬੀਜੇਪੀ ਦਾ ਸੂਬਾ ਹੋਵੇ ਜਾਂ ਨਾ ਬੀਜੇਪੀ ਦਾ ਹੋਵੇ, ਇਹ ਲੋਕ ਲਹਿਰ ਹੈ। ਇਹ ਲੋਕ ਲਹਿਰ ਨੇ ਜਿੱਥੇ ਵੀ ਲੋਕਾਂ ਨਾਲ ਐਸਾ ਧੱਕਾ ਹੋਣਾ, ਔਰ ਬੀਜੇਪੀ ਤਾਂ ਆਪਣੇ ਸੂਬਿਆਂ ਦੇ ਵਿੱਚ ਹੋ ਸਕਦਾ ਵੀ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਰਾਇਟਸ ਹੋਏ ਸੀ, ਉਧਰ ਨੂੰ ਬੀਜੇਪੀ ਨੂੰ ਕੀ ਭੁਗਤਣਾ ਪਿਆ ਸੀ ਉਸਦਾ। ਜੇ ਇਸ ਰਸਤੇ ਪਏਗੀ ਤਾਂ ਬੀਜੇਪੀ ਦਾ ਸਿਆਸੀ ਮੈਦਾਨ ਖੁੱਸਦਾ ਜਾ ਰਿਹਾ। ਉਹਦਾ ਰਿਜ਼ਲਟ ਵੀ ਇਹੀ ਹੈ ਕਿ ਯੂਪੀ 'ਚ ਜੋ ਭਾਰਤ ਬੰਦ ਹੋਇਆ, ਇਹ ਵੈਸਟਰਨ ਯੂਪੀ ਤੱਕ ਸੀਮਿਤ ਨਹੀਂ ਸੀ। ਈਸਟਰਨ ਯੂਪੀ, ਦੂਜੇ ਸੂਬਿਆਂ 'ਚ ਇਸ ਦੀ ਜ਼ਿਲ੍ਹਿਆਂ ਦੇ ਵਿੱਚ ਬੜੀ ਭਾਰੀ ਦਸਤ ਸੀ। ਯੂਪੀ ਦੀ ਇਲੈਕਸ਼ਨ ਆ ਰਹੀ ਹੈ, ਬੀਜੇਪੀ ਨੂੰ ਪਤਾ ਹੈ। ਇਸ ਲਈ ਜਦੋਂ ਸਿਆਸੀ ਮੈਦਾਨ ਨੇ ਖੁੱਸਣਾ ਔਰ ਬੀਜੇਪੀ ਨੇ ਪ੍ਰਵੋਕ ਹੋਣਾ, ਭੜਕਣਾ, ਉਹਦੀ ਇਨਟੋਲਰੈਂਸ ਦਾ ਪ੍ਰਗਟਾਵਾ ਇਹ। ਸੋ ਅਸੀਂ ਤਾਂ ਇਸ ਨੂੰ ਕੰਡੈਮ ਕਰਦੇ ਹਾਂ, ਮੰਗ ਕਰਦੇ ਹਾਂ ਕਿ ਇੱਕ ਤਾਂ ਕਾਨੂੰਨ ਦਾ ਰਾਜ ਕਾਇਮ ਕਰੋ। ਜਿਸ ਤਰ੍ਹਾਂ ਮੋਨੂ ਵਿਰੁੱਧ ਕੇਸ ਦਰਜ ਹੋ ਗਿਆ, ਮੰਤਰੀ ਦੇ ਪੁੱਤਰ ਵਿਰੁੱਧ 302 ਦਾ ਕੇਸ ਦਰਜ ਹੋਇਆ। ਮੈਂ ਕਹਿੰਦਾ ਵੀ ਜਿਹੜੇ ਦੋਸ਼ੀ ਨੇ ਸਾਰੇ, ਜਿੰਨੇ ਵੀ ਉਸ ਘਟਨਾ ਦੇ ਦੋਸ਼ੀ ਨੇ, ਇਨਕਲੂਡਿੰਗ ਅਜੇ ਮਿਸ਼ਰਾ, ਉਹਨੂੰ ਮੈਂ ਤਾਂ ਕਹਿੰਦਾ ਵੀ ਇਮੀਡੀਏਟਲੀ ਹੀ ਸ਼ੁੱਡ ਬੀ ਸੈਕਡ ਫਰੋਮ ਦਾ ਮਿਨਿਸਟਰੀ। ਔਰ ਬਾਕੀ ਨੇ ਸਾਰਿਆਂ 302 ਦੇ ਮੁਕੱਦਮੇ ਦਰਜ ਕਰੋ। ਔਰ ਜਦੋਂ ਤੱਕ ਉਹ ਗ੍ਰਿਫਤਾਰ ਨਹੀਂ ਹੁੰਦੇ,
ਉੱਥੇ ਸਾਡਾ ਧਰਨਾ ਜਾਰੀ ਰਹੇਗਾ। ਅਸੀਂ ਐਲਾਨ ਕੀਤਾ ਹੈ, ਗ੍ਰਿਫਤਾਰ ਹੋਣਗੇ ਤਾਂ ਹਟਾਂਗੇ ਉਸ ਤੋਂ ਬਾਅਦ, ਪਰ ਬਸ਼ਰਤੇ ਵੀ ਸਾਡਾ ਅੰਦੋਲਨ ਸ਼ਾਂਤਮਈ ਰਹੇਗਾ। ਇੱਕੋ ਹੀ ਗੱਲ ਸੰਯੁਕਤ ਮੋਰਚੇ ਨੇ ਕਹੀ ਹੈ ਕਿ ਸ਼ਾਂਤਮਈ ਅੰਦੋਲਨ ਦੀ ਫਤਿਹ ਹੈ। ਨਹੀਂ ਅੱਜ ਬੀਜੇਪੀ ਭੜਕਾਹਟ ਦੇ ਵਿੱਚ ਆਈ। ਅੱਜ ਡੀਸੀ ਨੂੰ ਮੈਮੋਰੰਡਮ ਦੇਣ ਤੋਂ ਬਾਅਦ ਵੱਖ-ਵੱਖ ਸਾਰੇ ਥਾਵਾਂ ਤੇ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਅੰਦੋਲਨ ਦੀ ਰਣਨੀਤੀ ਕੀ ਹੋਏਗੀ? ਉਹ ਅਸੀਂ ਅੱਜ ਹੀ ਗੱਲ ਕੀਤੀ ਹੈ। ਅੱਜ ਅਸੀਂ ਫੌਰੀ, ਕਿਉਂਕਿ ਇਹ ਘਟਨਾ ਹੋਈ ਹੈ, ਫੌਰੀ ਸਾਰੇ ਦੇਸ਼ ਪ੍ਰੋਟੈਸਟ ਦੀ ਕਾਲ ਦਿੱਤੀ ਹੈ। 10 ਵਜੇ ਤੋਂ ਲੈ ਕੇ 1 ਤੱਕ ਸਾਰੇ ਦੇਸ਼ ਡੀਸੀ ਦਫ਼ਤਰ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੀ ਵਿਦਨ ਡੇ ਔਰ 2 ਇਮੀਡੀਏਟਲੀ ਮੀਟਿੰਗ ਹੋ ਰਹੀ ਹੈ। ਅਗਲੀ ਰਣਨੀਤੀ ਦਾ ਅਸੀਂ ਐਲਾਨ ਕਰਾਂਗੇ। ਜੇਕਰ ਸਰਕਾਰ ਉਹਨਾਂ ਨੂੰ ਦੋਸ਼ੀਆਂ ਨੂੰ ਮੁਕੱਦਮਾ ਦਰਜ ਕਰਦੀ ਹੈ ਔਰ ਉਹਨੂੰ ਗ੍ਰਿਫਤਾਰ ਨਹੀਂ ਕਰਦੀ, ਅਸੀਂ ਹਰਿਆਣੇ 'ਚ ਕੀਤਾ ਪਹਿਲਾਂ, ਕਰਨਾਲ ਦੀ ਘਟਨਾ ਸੀ, ਉੱਥੇ ਐਲਾਨ ਕੀਤਾ ਤੇ ਸਰਕਾਰ ਨੂੰ 3 ਦਿਨਾਂ ਬਾਅਦ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਮਾਰ ਕਰਨੀ ਪਈ ਤੇ ਕੰਪਨਸੇਸ਼ਨ ਵੀ ਦੇਣਾ ਪਿਆ। ਇਸ ਲਈ ਕਰਨਾਲ ਉਹਨਾਂ ਦੇ ਸਾਹਮਣੇ ਹੈ, ਯੂਪੀ ਸਾਡੇ ਲਈ ਉਹ ਨਹੀਂ ਹੈ। ਪਰ ਅਸੀਂ ਸ਼ਾਂਤਮਈ ਰਹਾਂਗੇ। ਸ਼ਾਂਤਮਈ ਅੰਦੋਲਨ ਦੀ ਹਮੇਸ਼ਾ ਫਤਿਹ ਹੁੰਦੀ ਹੈ। ਇਹ ਸਭ ਤੋਂ ਵੱਡਾ ਹਿਸਟੋਰੀਕਲ ਵਰਲਡ ਦਾ ਅੰਦੋਲਨ ਹੈ ਜਿਹੜਾ ਇੰਨਾ ਲੰਬਾ ਪੀਸਫੁਲ ਰਿਹਾ, ਔਰ ਇਹਨੂੰ ਪੀਸਫੁਲ ਰੱਖਾਂਗੇ, ਜਿੱਤਾਂਗੇ, ਬੀਜੇਪੀ ਨੂੰ ਹਰਾਵਾਂਗੇ, ਖੇਤੀ ਕਾਨੂੰਨ ਰੱਦ ਹੋਣਗੇ, ਐਮਐਸਪੀ ਦੇ ਕਾਨੂੰਨ ਬਣੇਗਾ। ਸਾਡੀ ਇਹ ਬਿਲਕੁਲ ਮੰਨਣਾ ਹੈ। ਔਰ ਇਹ ਲੜਾਈ ਹੈ ਜਿਹੜੀ ਇਹ ਹੋਰ ਵਿਸ਼ਾਲ ਹੋਣੀ ਹੈ, ਬਹੁਤ ਵਧਣੀ ਹੈ। ਜੀ ਸ਼ੁਕਰੀਆ। ਕੋਈ ਸੂਬਾ ਐਸਾ, ਕੋਈ ਕਸਬਾ ਐਸਾ ਨਹੀਂ ਰਹੂਗਾ ਜਿੱਥੇ ਤੁਸੀਂ ਦੇਖੋ ਆਉਣ ਵਾਲੇ ਅਕਤੂਬਰ ਜਾਂ ਨਵੰਬਰ 'ਚ ਇਹ ਮੋਰਚੇ ਦੀ ਦਸਤਕ ਨਾ ਹੋਵੇ। ਇਸ ਦਾ ਬੀਜੇਪੀ ਨੂੰ ਭੜਕਾਹਟ ਹੈ ਇਸ ਗੱਲ ਦੀ। ਤਾਂ ਅਸੀਂ ਪ੍ਰੋਵੋਕੇਸ਼ਨ 'ਚ ਨਹੀਂ ਆਉਣਾ। ਇਹ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਪ੍ਰੋਵੋਕ ਕਦੇ ਨਹੀਂ ਹੋਣਾ। ਸ਼ਾਂਤਮਈ ਰਹਾਂਗੇ। ਇਹ ਵਾਇਲੈਂਸ ਸਾਡਾ ਬੀਜੇਪੀ ਵਾਲੇ ਪਾਸੇ ਹੋਇਆ, ਸਾਡੇ ਵੱਲੋਂ ਨਹੀਂ ਹੋਇਆ। ਮੁਗਲਾਂ ਦੇ ਖਿਲਾਫ क्लोजअप ना बहुत ज्यादा आता है। ਘੱਟ ਗਿਣਤੀ 'ਚ ਹੁੰਦੇ ਹੋਏ ਵੀ ਸਫਲ ਲੜਾਈਆਂ ਲੜੀਆਂ ਲੋਕਾਂ ਨੂੰ ਦਿਖਾਇਆ। अभी जैसे तुम खड़े थे मैं और और तुम कर कल्ला रहे थे, जगाया मैं नहीं। तुमसे पीछे पता क्यों खड़ा था? इनका आ ही नहीं जीवन रहा था जाल मेरा कितनी मेरा है? बहुत क्लोज आ रहा था। कि सानू जुल्म के खिलाफ लड़ना चाहिए, जुल्म बर्दाश्त नहीं करना सेटिंग चाहिए। कोई पर इन्हां लोकां ने कल यूपी ਦੇ ਵਿੱਚ ਵੱਧ कैसे होएगा? ਸਾਰੇ ਹੱਥ ਬੰਨੇ ਪਾਰ ਕਰਤੇ। ਇਹ ਪਹਿਲਾਂ ਬੁਲਾਰੇ ਵੀ ਸਾਥੀ ਮੁਸਾਫਰ ਜੀ ਬੋਲ ਕੇ ਗਏ ਆ ਵੀ ਇਹ ਸਿਵਲਵਾਰ ਵੱਲ ਨੂੰ ਇਸ਼ਾਰਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਜਿਹੜਾ ਸੱਤਾ ਦਿੱਤੇ ਨੇ ਵੀ ਜਦੋਂ ਪੀਸਫੁਲ ਤੁਹਾਡੇ ਸਾਰੇ ਹੀਲੇ ਫੇਲ ਹੋਣ ਤਾਂ ਕਿਰਪਾਨ ਜਿਹੜਾ ਤਲਵਾਰ ਚੱਕਣੀ ਪੈਂਦੀ ਆ। ਇਹ ਤਲਵਾਰ ਦਾ ਮਤਲਬ ਇਹ ਆ ਵੀ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਜ਼ੁਲਮ ਦਾ ਮੁਕਾਬਲਾ ਕਰੋ। ਸੋ ਅੱਜ ਤੁਸੀਂ ਇੱਥੇ ਇਕੱਠੇ ਹੋਏ ਆ। ਜੋ ਵੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੋਏਗਾ, ਮੇਰੀ ਜਥੇਬੰਦੀ ਸੈਂਟਰ ਇੰਡੀਅਨ ਟ੍ਰੇਡ ਯੂਨੀਅਨ ਜਿਹਨਾਂ ਦਾ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਹੋਣ ਦੇ ਨਾਤੇ ਸਾਨੂੰ ਜਿਹੜਾ ਵਿਸ਼ਵਾਸ ਦਿੰਦਾ ਵੀ ਕਿਸਾਨਾਂ ਨਾਲ ਇਸ ਲੜਾਈ ਸ਼ੁਰੂ ਕਰੀ ਆ ਔਰ ਪੰਜਾਬ ਤੱਕ ਜਿਹੜਾ ਹੈ ਪਹੁੰਚ ਗਏ ਅਸੀਂ ਵੀ ਕਿਸਾਨਾਂ ਦੀਆਂ ਜ਼ਮੀਨਾਂ ਹੋ। ਪਰ ਪੰਜਾਬ ਦੇ ਕਿਸਾਨਾਂ ਦਾ ਧੱਕੇ ਲੜਾਈ ਦਿੱਲੀ ਬਜਾਈ ਔਰ ਸਾਰੇ ਦੇਸ਼ ਵਿੱਚ ਬਜਾਈ ਇਹਦੇ ਵਾਸਤੇ ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿੰਦਾ ਹੋਇਆ, ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹੋਇਆ ਵੀ ਆਓ ਇਕੱਠੇ ਹੋ ਕੇ ਜੋ ਵੀ ਕਾਰ ਸੰਯੁਕਤ ਮੋਰਚੇ ਦੀ ਆਉਂਦੀ ਹੈ ਉਤੇ ਆਪਾਂ ਲਾਗੂ ਕਰੀਏ, ਉਹਨੂੰ ਲਾਮਬੰਦ ਹੋਈਏ ਔਰ ਹਿਟਲਰ ਦੇ ਜਿਹੜੇ ਚੇਲੇ ਬੰਦੀਆਂ ਤੇ ਬੈਠੇ ਆ ਇਹਨਾਂ ਨੂੰ ਦਿਖਾ ਦਈਏ ਵੀ ਲੋਕਾਂ ਦੀ ਤਾਕਤ ਕੀ ਹੁੰਦੀ ਹੈ। ਇਹੀ ਤੁਹਾਨੂੰ ਸੱਦਾ ਦਿੰਦਾ ਹੈ ਕਿਉਂਕਿ ਹੋਰ ਵੀ ਲੋਕਾਂ ਨੇ ਬੋਲਣਾ ਆਪਣੀ ਥਾਂ ਲਵਾਂਗੇ। ਇੱਕ ਦੇ ਨਾਰੇ ਲਾ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਅਭਿਨਾ ਖੋੜੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕਾਲੇ ਕਾਨੂੰਨ ਰੱਦ ਕਰੋ ਕਿਸਾਨਾਂ ਦੀ ਕਾਤਲਾਂ ਨੂੰ ਫਾਹੇ ਲਾਓ ਫਾਹੇ ਲਾਓ। ਬਹੁਤ ਬਹੁਤ ਧੰਨਵਾਦ ਜੀ। ਤਾੜੀ ਲਾਇਆ ਕਰੋ ਬਈ, ਨਾਲ ਆਪਾਂ ਨੂੰ ਇਹ ਗੱਲ ਲੈਂਦੇ ਆ। ਗੁਰਸ਼ਰਨ ਸਿੰਘ ਸਾਡੀ ਲੋਕਾਂ ਦੀ ਇੱਕ ਅਜ਼ੀਮ ਹਸਤੀ ਸਨ ਕੀ ਹੈ ਹਨ ਨੇ, ਉਹ ਅਜੇ ਵੀ ਸਾਡੇ ਹੀ ਚੇਤਿਆਂ ਵਿੱਚ ਵਸੇ ਹੋਏ ਨੇ, ਸਾਡੇ ਵਿੱਚ ਹਾਜ਼ਰ ਨੇ। ਉਹਨਾਂ ਦੀ ਧੀ ਅਤੇ ਡਾਕਟਰੀ ਫੀਲਡ ਵਿੱਚ ਸੇਵਾਵਾਂ ਨਿਭਾ ਰਹੇ ਡਾਕਟਰ ਅਰੀਤ ਹੋਰੀ ਇੱਥੇ ਰੋਸ ਧਰਨੇ ਵਿੱਚ ਪਹੁੰਚੇ ਹੋਏ ਨੇ। ਇਹ ਉਹਨਾਂ ਵਿੱਚ ਸ਼ੁਰੂ ਵਾਲੇ ਪ੍ਰਦਰਸ਼ਨਕਾਰੀਆਂ ਵਿੱਚ ਪਹੁੰਚੇ ਸਨ ਜਿੱਦਾਂ ਦੀ ਪੁਲਿਸ ਨੇ 2 ਵਾਰ ਖਿੱਚਤੂ ਕੀਤੀ ਅਤੇ ਧੱਕਾ ਕਰਨ ਦਾ ਯਤਨ ਕੀਤਾ, ਜਿਸ ਤਰ੍ਹਾਂ ਕਿ यूपी ਅਤੇ ਹਰਿਆਣਾ ਵਿੱਚ ਪਹਿਲਾਂ ਹਿੰਸਾ ਕਿਸਾਨਾਂ ਵਿਰੁੱਧ ਹੋ ਚੁੱਕੀ ਹੈ। ਉਹ ਹੁਣ ਵਿਦਵਾਨ ਪ੍ਰਦਰਸ਼ਨਕਾਰੀਆਂ ਨਾਲ ਵੀ ਇਹੀ ਵਤੀਰਾ ਕਰਨਾ ਚਾਹੁੰਦੇ ਸਨ। ਡਾਕਟਰ ਅਰੀਤ ਜੀ,
ਤੁਸੀਂ ਅੱਜ ਇੱਥੇ ਧਰਨੇ ਤੇ ਪਹੁੰਚੇ ਹੋ, ਅੱਜ ਕੀ ਸਵੇਰ ਸਾਰ ਕੀ ਘਟਨਾਕ੍ਰਮ ਵਾਪਰਿਆ ਸੀ ਤੁਹਾਡੇ ਸਾਰਿਆਂ ਨਾਲ, ਵਿਦਵਾਨਾਂ ਨਾਲ, ਜਿਹਦੇ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਵਾਲੇ ਵੀ ਸ਼ਾਮਲ ਨੇ, ਪ੍ਰੋਫੈਸਰ ਵਿਦਵਾਨ ਸ਼ਾਮਲ ਨੇ, ਡਾਕਟਰ ਸ਼ਾਮਲ ਨੇ? ਸਾਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਸੀ ਤੇ ਕੁਝ ਲੋਕਾਂ ਨੂੰ ਜ਼ਬਰਦਸਤੀ ਬੱਸ ਵਿੱਚ ਅਰੈਸਟ ਕਰਕੇ ਕਿ ਥਾਣੇ ਵਿੱਚ ਲੈ ਕੇ ਜਾਵਾਂਗੇ, ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਂ ਤਾਂ ਬੱਸ ਦੇ ਅੱਗੇ ਖੜੀ ਸੀ, ਮੈਂ ਜ਼ਿਆਦਾ ਦੇਖਿਆ ਨਹੀਂ, ਪਰ ਮੈਂ ਇਹ ਸਮਝਦੀ ਹਾਂ ਕਿ ਅਸੀਂ ਹੁਣ ਉਮਰ ਦੇ ਇਸ ਪੜਾਅ ਤੇ ਪਹੁੰਚ ਗਏ ਹਾਂ ਕਿ ਅਗਰ ਸਾਨੂੰ ਥੱਲੇ ਦਰੜ ਕੇ ਲੰਘਣ ਦੀ ਹੀ ਨੀਤੀ ਬਣ ਗਈ ਹੈ। ਔਰ ਮੈਂ ਅੱਜ ਇੱਥੇ ਇਹ ਕਹਿਣ ਆਈ ਹਾਂ ਕਿ ਇਹ ਜਿਹੜੀ ਘਟਨਾ ਕੱਲ ਯੂਪੀ 'ਚ ਹੋਈ ਹੈ, ਔਰ ਤੁਸੀਂ ਇਹ ਘਟਨਾਕ੍ਰਮ ਦੇਖੋ ਕਿ ਉਹ ਉੱਥੇ ਹੀ ਹਰਿਆਣੇ ਦਾ ਚੀਫ ਮਿਨਿਸਟਰ ਕਹਿ ਰਿਹਾ ਜੈਸੇ ਕੋ ਤੈਸਾ, ਜਿਹੜਾ ਹੈ ਅਜੇ ਲੱਠ ਉਹਨੇ ਕਿਹਾ ਹਾਂ ਕਿ ਮੇਰਾ ਰਿਕਾਰਡ ਦੇਖੋ, ਅਸੀਂ 2 ਮਿੰਟਾਂ 'ਚ ਚੁੱਕ ਦਿਆਂਗੇ। ਤੇ ਤੁਸੀਂ, ਮੈਂ ਇੱਥੇ ਅਪੀਲ ਕਰਨਾ ਚਾਹੁੰਦੀ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਸਰਕਾਰ ਨੇ ਹੁਣ ਨੀਤੀ ਬਣਾ ਲਈ ਹੈ ਕਿ ਸਾਲ ਭਰ ਤੋਂ ਹੋ ਗਿਆ ਲੋਕਾਂ ਨੂੰ ਬੈਠੇ ਹੋਏ ਤੇ ਉਹ ਉੱਠੇ ਨਹੀਂ ਹੈ, ਬੜੇ ਠਰਮੇ ਨਾਲ ਪੀਸਫੁਲੀ ਬੈਠ ਕੇ ਆਪਣੇ ਸੰਵਿਧਾਨਿਕ ਹੱਕ ਮੰਗ ਰਹੇ ਹੈ ਤੇ ਹੁਣ ਇਹਨਾਂ ਤੇ ਗੱਡੀਆਂ ਚਾੜ ਦਿਓ। ਇਹ ਇਸ਼ਾਰਾ ਉੱਪਰੋਂ ਆਇਆ ਹੈ, ਇਹ ਕੋਈ ਐਵੇਂ ਘਟਨਾ ਨਹੀਂ ਹੈ ਕਿ ਸਡਨਲੀ ਖੱਟੜ ਇੱਥੇ ਇਹ ਗੱਲ ਕਹਿ ਰਿਹਾ ਤੇ ਯੂਪੀ 'ਚ ਉਹ ਘਟਨਾ ਹੋ ਰਹੀ ਹੈ। ਇਹ ਮੈਂ ਤੁਹਾਨੂੰ ਯਾਦ ਦਿਲਾਣਾ ਚਾਹੁੰਦੀ ਹਾਂ ਕਿ ਜਦੋਂ ਪਿਛਲੇ 1.5 ਸਾਲ ਪਹਿਲੇ NTCA ਚੱਲੀ ਸੀ ਤਾਂ ਇਹਨਾਂ ਨੇ ਜਦੋਂ ਗੋਲੀ ਮਾਰੋ ਵਾਲੇ ਵਰਗੇ ਨਾਰੇ ਦਿੱਤੇ ਤੇ ਉਸ ਤੋਂ ਫੌਰੀ ਬਾਅਦ ਦਿੱਲੀ ਰਾਈਟ ਹੋ ਗਏ, ਜਿਸ ਦੇ ਬਾਅਦ ਇਹਨਾਂ ਨੇ ਸਾਡੇ ਹੀ ਬੰਦਿਆਂ ਤੇ ਜਿਹੜੇ ਪੀਸਫੁਲ ਸੰਵਿਧਾਨਿਕ ਹੱਕ ਮੰਗ ਰਹੇ ਨੌਜਵਾਨ ਸੀਗੇ, ਵਿਦਿਆਰਥੀ ਸੀਗੇ, ਪ੍ਰੋਫੈਸਰ, ਲਾਇਰ ਸੀ, ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਪਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਹੈ। ਸਾਡੇ ਤੇ ਗੁਜ਼ਰ ਚੁੱਕੀ ਹੈ। ਹੁਣ ਇਹ ਸੇਮ ਚੀਜ਼ ਇਹ ਪ੍ਰੋਟੈਸਟ ਨੂੰ ਕਰਨਾ ਚਾਹੁੰਦੇ ਹੈ ਤੇ ਇਹ ਹੁਣ ਆਉਣ ਵਾਲੇ ਸਮਿਆਂ 'ਚ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਧਰਨੇ ਦੇ ਉੱਤੇ ਗੱਡੀਆਂ ਚੜ੍ਹ ਸਕਦੀਆਂ, ਕਿਉਂਕਿ ਇਹ ਕਰਨ ਦਾ ਇਸ਼ਾਰਾ ਉੱਪਰੋਂ ਆ ਚੁੱਕਾ ਹੈ। ਤੁਸੀਂ ਮੰਨਦੇ ਹੋ ਕਿ ਅਮਰੀਕਾ ਤੋਂ ਜਦੋਂ ਤੋਂ ਪ੍ਰਧਾਨ ਮੰਤਰੀ ਆਏ ਨੇ ਲਗਾਤਾਰ ਤੇਜ਼ੀ ਨਾਲ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ, ਬੜਾ ਕੁਝ ਹੋ ਰਿਹਾ ਹੈ? ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਇਹਦਾ ਉਹਦੇ ਨਾਲ ਤਾਲੁਕ ਹੈ। ਤੇ ਜਿਸ ਤਰ੍ਹਾਂ ਧਾਰਾ 370 ਜੰਮੂ ਕਸ਼ਮੀਰ ਵਿੱਚੋਂ ਹਟਾਈ ਗਈ ਸੀ, ਜਿਸ ਤਰ੍ਹਾਂ CAA ਅੰਦੋਲਨ ਨਾਲ ਨਜਿੱਠਿਆ ਗਿਆ ਸੀ, ਕਿ ਇਹ ਵੀ ਤੁਸੀਂ ਇਹ ਸਾਰਾ ਕੁਝ ਵੀ ਜਿਹੜੀ ਇਸ ਵੇਲੇ ਕਿਸਾਨਾਂ ਦੇ ਖਿਲਾਫ ਲਖੀਮਪੁਰ ਵਿੱਚ ਯੂਪੀ 'ਚ ਹਿੰਸਾ ਹੋਈ ਹੈ, ਉਹ ਵੀ ਇਸੇ ਕੜੀ ਦਾ ਸਮਝਦੇ ਹੋ ਤੁਸੀਂ ਹਿੱਸਾ? ਬਿਲਕੁਲ, ਮੈਂ ਸਮਝਦੀ ਹਾਂ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ। ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਕੋਈ ਵੀ ਘਟਨਾ ਐਵੇਂ ਹੀ ਨਹੀਂ ਹੋ ਜਾਂਦੀ, ਕਿਉਂਕਿ ਕਿਸਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ 1 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਹਾਕਮਾਂ ਨੇ ਦੇਖ ਲਿਆ ਵੀ ਇਹ ਤਾਂ ਆਪਣਾ ਸੰਵਿਧਾਨਿਕ ਹੱਕ ਲੈਣ ਲਈ ਡਟੇ ਹੋਏ ਹਨ ਅਤੇ ਇਹ ਪਿੱਛੇ ਹਟਣ ਵਾਲੇ ਨਹੀਂ ਨੇ, ਡਰਨ ਵਾਲੇ ਨਹੀਂ ਹੈ। ਵੱਧ ਤੋਂ ਵੱਧ ਲੋਕ ਇਹਨਾਂ ਨਾਲ ਜੁੜ ਰਹੇ ਹੈ। ਇਸ ਕਰਕੇ ਹੁਣ ਇੱਕੋ ਹੀ ਰਾਹ ਬਚਦਾ ਹੈ ਵੀ ਇਹਨਾਂ ਨੂੰ ਡਰਾ ਕੇ ਇਹਨਾਂ ਉੱਤੇ ਗੱਡੀਆਂ ਚੜਾ ਦਿਓ ਜਾਂ ਲੱਠ ਮਾਰਾਂ ਦੀ ਫੌਜ ਜਿਹੜੀ ਹੈ ਉਹ ਇਹਨਾਂ ਤੇ ਲਾਠੀਆਂ ਬਰਸਾਏ। ਤੇ ਤੁਸੀਂ, ਅਸੀਂ NTCA ਪ੍ਰੋਟੈਸਟ ਤੋਂ ਬਾਅਦ ਜਿਹੜੇ ਦਿੱਲੀ ਰਾਈਟ ਹੋਏ ਉਦੋਂ ਵੀ ਦੇਖਿਆ ਕਿ ਜਦੋਂ ਇੱਕ ਪਾਸਿਓਂ ਤੁਹਾਡੇ ਤੇ ਹਮਲਾ ਹੁੰਦਾ ਹੈ ਤਾਂ ਜ਼ਾਹਿਰ ਹੈ ਕਿ ਫਿਰ ਥੱਲਿਓਂ ਵੀ ਕੋਈ ਵਾਇਲੈਂਸ ਜਿਹੜੀ ਹੈ ਜਦੋਂ ਫੈਲਦੀ ਹੈ ਉਹਦੇ ਨਾਲ ਕਿਸੇ ਕਿਸਮ ਦੀ ਵੀ ਵਾਇਲੈਂਸ ਹੋ ਸਕਦੀ ਹੈ। ਤੇ ਇਹ ਸਰਕਾਰ ਜਿਹੜੀ ਹੈ ਵਾਇਲੈਂਸ ਵਾਸਤੇ ਉਕਸਾ ਰਹੀ ਹੈ ਲੋਕਾਂ ਨੂੰ ਕਿ ਤੁਸੀਂ ਵਾਇਲੈਂਸ ਕਰੋ ਤਾਂ ਕਿ ਫਿਰ ਤੁਹਾਨੂੰ ਅਰੈਸਟ ਕਰਕੇ ਜੇਲ੍ਹਾਂ 'ਚ ਪਾ ਦੇਣ, ਤਾਂ ਕਿ ਤੁਹਾਡੇ ਕੋਲ ਨੂੰ ਬਦਨਾਮ ਕਰਨ, ਪਹਿਲੇ ਤੁਹਾਡੇ 4 ਬੰਦਿਆਂ ਨੂੰ ਮਾਰਨ ਤੇ ਵਾਇਲੈਂਸ ਕਰਨ। ਇਹ ਸਰਕਾਰ ਦੀ ਹੁਣ ਸਪਸ਼ਟ ਨੀਤੀ ਹੈ ਤੇ ਸਾਨੂੰ ਬਹੁਤ ਕਲੀਅਰਲੀ ਇਹਦੇ ਬਾਰੇ ਸੁਚੇਤ ਹੋ ਜਾਣਾ ਚਾਹੀਦਾ ਹੈ। ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੋਗੇ ਜਿਹੜੇ ਘੋਲ 'ਚ ਬੈਠੇ ਨੇ, ਵੱਖ-ਵੱਖ ਰੂਪਾਂ 'ਚ ਘੋਲ ਵਿੱਚ ਸ਼ਮੂਲੀਅਤ ਕਰ ਰਹੇ ਨੇ, ਕਿ ਇਹ ਸਰਕਾਰ ਦੀ ਚਾਲ ਤੋਂ ਉਹ ਕਰਨ ਕੀ, ਸ਼ਾਂਤ ਰਹਿਣ ਜਾਂ ਕੀ ਕਰਨ? ਦੇਖੋ, ਅਸੀਂ ਸ਼ਾਂਤ ਹੀ ਰਹਾਂਗੇ, ਅਸੀਂ ਹਮਲਾ ਨਹੀਂ ਕਰਾਂਗੇ। ਇਹ ਲੜਾਈ ਨਹੀਂ ਹੈ, ਅੰਦੋਲਨ ਹੈ। ਅਸੀਂ ਸ਼ਾਂਤਮਈ ਅੰਦੋਲਨ 12 ਮਹੀਨੇ ਤੋਂ ਵੱਧ ਸਮੇਂ ਤੋਂ ਕਰ ਰਹੇ ਹਾਂ, ਪਰ ਹੁਣ ਸਾਡੇ ਤੇ ਹਮਲਾ ਹੋਏਗਾ। ਹੁਣ ਮੈਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਅਪੀਲ ਕਰਾਂਗੀ ਕਿ ਮੈਨੂੰ ਕਿ ਤੁਸੀਂ ਇੱਕ ਕੋਈ ਇਹਦੇ ਬਾਰੇ ਵੀ ਦੱਸੋ ਕਿ ਜਦੋਂ ਤੁਹਾਡੇ ਤੇ ਹਮਲਾ ਹੋਏਗਾ ਤੇ ਤੁਸੀਂ ਅੱਗੋਂ ਕੀ ਕਰਨਾ ਹੈ, ਕਿਉਂਕਿ ਹੁਣ ਹਮਲੇ ਹੋਰ ਹੋਣਗੇ। ਹਮਲਿਆਂ ਦੀ ਤਿਆਰੀ ਰੱਖੋ। ਤੇ ਕੀ ਕਿਸਾਨ ਆਗੂਆਂ ਤੇ ਤੁਹਾਨੂੰ ਹਮਲਾ ਹੋਣ ਦਾ ਵੀ ਕੋਈ ਖਦਸ਼ਾ ਆ? ਜੀ ਹਾਂ, ਬਿਲਕੁਲ ਮੈਨੂੰ ਇਹ ਖਦਸ਼ਾ ਹੈ ਕਿ ਕਿਸਾਨ ਆਗੂਆਂ ਤੇ ਜਾਂ ਹਮਲੇ ਹੋਣਗੇ ਜਾਂ ਉਹ ਅਰੈਸਟ ਹੋਣਗੇ, ਕਿਉਂਕਿ ਸਰਕਾਰ ਵਾਇਲੈਂਸ ਕ੍ਰੀਏਟ ਕਰਨਾ ਚਾਹੁੰਦੀ ਹੈ। ਤੇ ਅਸੀਂ ਹੁਣ ਕੀ ਕਰਨਾ ਹੈ ਇਹਦੇ ਬਾਰੇ ਸਾਨੂੰ ਬੜੀ ਕਲੀਅਰ ਪਤਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਜਿਸ ਨੂੰ ਸਾਡਾ ਮੁਲਕ ਆਪਣੀ ਧੀ ਵਾਂਗੂ ਮੰਨਦਾ ਹੈ, ਕਮਲਾ ਹੈਰਿਸ ਨੇ ਜੋ ਡੈਮੋਕ੍ਰੇਸੀ ਬਾਰੇ, ਲੋਕਤੰਤਰ ਬਾਰੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਗੱਲ ਕੀਤੀ ਸੀ, ਜੋ ਉਹਨਾਂ ਨੇ ਉਸ ਵੇਲੇ ਸਾਰੇ ਟੀਵੀਆਂ ਦੀਆਂ ਸਕਰੀਨਾਂ ਤੇ ਉਹ ਚੱਲਿਆ, ਤੇ ਕੀ ਉਹਨਾਂ ਨੂੰ ਤੁਹਾਨੂੰ ਜਾਪਦਾ ਕਿ ਪ੍ਰਧਾਨ ਮੰਤਰੀ ਲੋਕਤੰਤਰ ਨੂੰ ਬਚਾਉਣ ਲਈ ਕਿਧਰੇ ਨਾ ਕਿਧਰੇ ਪ੍ਰਤੀਬੱਧ ਨੇ ਜਾਂ ਨਹੀਂ? ਇਹ ਇਸ ਤੋਂ ਉਲਟ ਹੈ ਜੋ ਤੁਸੀਂ ਕਹਿ ਰਹੇ ਹੋ। ਪ੍ਰਧਾਨ ਮੰਤਰੀ ਉਸ ਤੋਂ ਉਲਟ ਸੋਚ ਵੱਲ ਪ੍ਰਤੀਬੱਧ ਨੇ। ਜੀ ਡਾਕਟਰ ਅਰੀਤ ਜੀ, ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ। ਲਖੀਮਪੁਰ ਘਟਨਾ ਤੋਂ ਬਾਅਦ ਇੱਥੇ ਜੋ DC ਦਫ਼ਤਰ ਚੰਡੀਗੜ੍ਹ ਦੇ ਬਾਹਰ ਜਿਸ ਤਰ੍ਹਾਂ ਇਸ ਵੇਲੇ ਧਰਨਾ ਚੱਲ ਰਿਹਾ ਹੈ, ਵਿਦਵਾਨ, ਪ੍ਰੋਫੈਸਰ, ਵਕੀਲ
ਅਤੇ ਹਰ ਵਰਗ ਦੇ ਲੋਕ ਇੱਥੇ ਪਹੁੰਚੇ ਹੋਏ ਹਨ, ਪੱਤਰਕਾਰ ਪਹੁੰਚੇ ਹੋਏ ਹਨ, ਵਿਦਿਆਰਥੀ ਪਹੁੰਚੇ ਹੋਏ ਹਨ। ਉਹਨਾਂ ਵਿੱਚ ਸੇਵਾ ਮੁਕਤ ਪ੍ਰੋਫੈਸਰ ਵੀ ਬਹੁਤ ਸਾਰੇ ਪਹੁੰਚੇ ਹੋਏ ਹਨ ਤੇ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੈ, ਵਿਦਵਾਨ ਔਰਤਾਂ ਦੀ। ਉਹਨਾਂ ਵਿੱਚ ਚੰਡੀਗੜ੍ਹ 11 ਸੈਕਟਰ ਦੇ ਕਾਲਜ ਵਿੱਚ ਪੜ੍ਹਾਉਂਦੇ ਰਹੇ ਡਾਕਟਰ ਕਮਲਜੀਤ ਕੌਰ ਢਿੱਲੋਂ ਵੀ ਨੇ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਕਮਲਜੀਤ ਢਿੱਲੋਂ ਜੀ, ਤੁਸੀਂ ਜਿਹੜੀ ਕੱਲ ਲਖੀਮਪੁਰ ਘਟਨਾ ਵਾਪਰੀ ਹੈ ਕਿਸਾਨ ਅੰਦੋਲਨ ਨੂੰ ਦੇ ਖਿਲਾਫ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਜਿਹੜੀ ਘਟਨਾ ਹੈ ਇਹ ਬਹੁਤ ਮੰਦਭਾਗੀ ਆ ਔਰ ਇਹ ਫਾਸਿਸਟ ਸਰਕਾਰ ਹੈ, ਮੋਦੀ ਸਰਕਾਰ ਤੇ ਉਹਦਾ ਗੁੰਡਾ ਜਿਹੜਾ ਸੀਐਮ ਹੈ ਜੋਗੀ, ਇਹ ਉਹ ਦੋਨਾਂ ਦੀ ਮਿਲੀ ਭੁਗਤ ਨਾਲ ਹੈ। ਕਿਸਾਨ ਜਿਹੜਾ ਹੈ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਜਿਹੜਾ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਹੈ। ਇਹ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰ ਦਿਆਂਗੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਏਰੀਆ ਹੈ ਉਹਨਾਂ ਸਿੱਖਾਂ ਦਾ, ਪੰਜਾਬੀਆਂ ਦਾ ਔਰ ਯੂਪੀ ਦੀ ਇੱਕ ਜਿਹੜੀ ਸਾਂਝੀ ਵਿਰਾਸਤ ਦਾ ਖਿੱਤਾ ਹੈ ਲਖੀਮਪੁਰ ਖੀਰੀ। ਮੋਦੀ ਨੂੰ ਤੇ ਜਿਹੜਾ ਜੋਗੀ ਨੂੰ ਇਹ ਨਹੀਂ ਪਤਾ ਕਿ ਉੱਥੋਂ ਆਜ਼ਾਦੀ ਦੀ ਪਹਿਲੀ ਲੜਾਈ ਚੱਲੀ ਸੀ ਔਰ ਲਖੀਮਪੁਰ ਖੀਰੀ ਦੇ ਵਿੱਚ ਵੱਡੀਆਂ ਸ਼ਹੀਦੀਆਂ ਆਜ਼ਾਦੀ ਅੰਦੋਲਨ ਲਈ ਪਾਈਆਂ ਸੀ। ਤੇ ਅੱਜ ਇਹ ਜਦੋਂ ਕਿਸਾਨਾਂ ਆਪਣੀ ਜ਼ਮੀਨ ਨੂੰ, ਆਪਣੀ ਫਸਲ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੈ ਤੇ ਉਹ ਇਹ ਭੁੱਲ ਗਿਆ, ਕਿਉਂਕਿ ਮੋਦੀ ਸਰਕਾਰ ਦੇ ਕਿਸੇ ਵੀ ਆਗੂ ਨੇ ਜਾਂ ਵਿਰਾਸਤ ਦੇ ਵਿੱਚ ਉਹਨਾਂ ਨੇ ਆਜ਼ਾਦੀ ਦੇ ਅੰਦੋਲਨ 'ਚ ਹਿੱਸਾ ਲਿਆ ਹੀ ਨਹੀਂ, ਉਹਨਾਂ ਨੂੰ ਸੰਘਰਸ਼ ਦਾ ਪਤਾ ਹੀ ਨਹੀਂ। ਸੋ ਇਸ ਕਰਕੇ ਇਹ ਜਿਹੜੀ ਇੱਕ ਫਾਸਿਸਟ ਜਿਹੜੀ ਸਰਕਾਰ ਹੈ, ਜਿਨ੍ਹਾਂ ਨੇ ਕਤਲੇਆਮ ਕੀਤਾ ਹੈ, ਇਹ ਗੁੰਡਿਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਹੈ। ਭਾਰਤੀ ਮਹਿਲਾ ਫੈਡਰੇਸ਼ਨ ਦੀ ਨੈਸ਼ਨਲ ਸੈਕਟਰੀ ਹੋਣ ਦੇ ਨਾਤੇ ਤੇ ਮੇਰੀ ਸਮੁੱਚੀ ਜਿਹੜੀ ਸਾਡਾ ਸੰਗਠਨ ਹੈ ਉਹ ਇਹਦੀ ਪਰਜੋਰ ਵਿਰੋਧ ਕਰਦਾ ਹੈ। ਤੇ ਔਰਤਾਂ ਜਿਹੜੀਆਂ ਬਹੁਤ ਵੱਡੇ ਤੌਰ ਤੇ ਸੰਘਰਸ਼ ਸ਼ਾਮਲ ਰਹੀਆਂ ਹੈ, ਉਹ ਵੱਡੀ ਗਿਣਤੀ ਚ ਲਖੀਮਪੁਰ ਖੀਰੀ ਪਹੁੰਚਣਗੀਆਂ ਤੇ ਉੱਥੇ ਜਾ ਕੇ ਯੋਗੀ ਸਰਕਾਰ ਜਿਹੜਾ ਗੁੰਡਾ ਹੈ ਇੱਕ ਤਰੀਕੇ ਨਾਲ, ਜਿਹਨੇ 40 ਕੇਸ ਆਪਣੇ ਆਪ ਹੀ ਆਪਣੇ ਤੇ ਹੋਏ ਵਾਪਸ ਲੈ ਲਏ ਜਦੋਂ ਉਹ ਮੰਤਰੀ ਬਣਿਆ, ਤੇ ਉਹਨੂੰ ਇਹ ਦਿਖਾਵਾਂਗੇ ਕਿ ਜਿਹੜੇ ਸੰਘਰਸ਼ ਕਰਦੇ ਲੋਕ ਨੇ ਉਹ ਜਿੱਤਦੇ ਨੇ। ਪਰ ਇਸ ਵੇਲੇ ਤਾਂ ਜੋ ਯੂਪੀ ਤੋਂ ਖਬਰਾਂ ਆ ਰਹੀਆਂ ਨੇ, ਪੰਜਾਬੀਆਂ ਦੇ ਉੱਥੇ ਜਾਣ ਤੇ ਬਿਲਕੁਲ ਪਾਬੰਦੀ ਹੈ, ਬਾਹਰਲੇ ਲੋਕਾਂ ਦੇ ਜਾਣ ਤੇ ਪਾਬੰਦੀ ਹੈ। ਜਿਸ ਤਰ੍ਹਾਂ ਅਖਿਲੇਸ਼ ਯਾਦਵ ਨੂੰ ਉੱਥੇ ਜਾਣੋਂ ਰੋਕਿਆ ਗਿਆ, ਪ੍ਰਿਯੰਕਾ ਨੂੰ ਜਾਣੋਂ ਰੋਕਿਆ ਗਿਆ, ਅਤੇ ਜਿਸ ਤਰ੍ਹਾਂ ਪੱਤਰਕਾਰ, ਈਵਨ ਪੰਜਾਬ ਦੇ ਮੰਤਰੀ ਰੰਧਾਵਾ ਦਾ ਉੱਥੇ ਉਤਰਨੋਂ ਰੋਕ ਦਿੱਤਾ ਗਿਆ, ਪੱਤਰਕਾਰਾਂ ਨੂੰ ਵੀ ਜਾਣ ਨਹੀਂ ਦਿੱਤਾ ਗਿਆ। ਤੁਸੀਂ ਔਰਤਾਂ ਕਿਵੇਂ ਪਹੁੰਚ ਕਰੋਗੇ? ਇਹ ਤਾਂ ਔਰਤਾਂ ਦੀ ਆਪਣੀ ਇੱਕ ਸ਼ਮੂਲੀਅਤ ਹੈ ਨਾ, ਔਰਤਾਂ ਕਿਵੇਂ ਪਹੁੰਚਦੀਆਂ, ਕਿਉਂਕਿ ਉਹਨੇ ਦੱਸ ਦਿੱਤਾ ਹੈ ਕਿ ਜਿਹੜਾ ਯੂਪੀ ਹੈ ਉਹ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ। ਤੇ ਮੈਂ ਇਹ ਪੁੱਛਣਾ ਚਾਹਨੀ ਆ ਯੋਗੀ ਨੂੰ ਤੇ ਮੋਦੀ ਨੂੰ, ਤੂੰ ਟੁਕੜਿਆਂ ਦੇ ਵਿੱਚ ਵੰਡਣਾ ਚਾਹੁੰਦਾ ਦੇਸ਼ ਨੂੰ, ਤੇ ਜਿਹੜਾ ਪੰਜਾਬੀਆਂ ਦਾ ਅਹਿਸਾਨ ਯੂਪੀ ਦੇ ਉੱਤੇ ਰਹੇਗਾ, ਉਸਨੇ ਜਿਹੜੀਆਂ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਪੰਜਾਬੀਆਂ ਨੇ ਜਾ ਕੇ, ਤੇ ਉਹ ਤਾਂ ਹੀ ਹੁਣ ਹਰਿਆ ਭਰਿਆ ਇਲਾਕਾ ਹੈ ਜੇ ਪੰਜਾਬੀ ਜਾ ਕੇ ਉੱਥੇ ਉਹਨਾਂ ਨੇ ਖੇਤੀਬਾੜੀ ਕੀਤੀ ਹੈ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਜ਼ੋਰ ਜ਼ੁਲਮ ਦੀ ਟੱਕਰ ਤੇ ਸੰਘਰਸ਼ ਹਮਾਰਾ ਨਾਰਾ ਹੈ। ਅਸੀਂ ਸੰਘਰਸ਼ ਕਰਾਂਗੇ ਉਨੀ ਦੇਰ ਤੱਕ, ਅਸੀਂ ਜੇ ਸੰਘਰਸ਼ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਮੋਦੀ ਸਰਕਾਰ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਲਖੀਮਪੁਰ ਤੋਂ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਸੀ ਅਤੇ ਲਖੀਮਪੁਰ ਵਿੱਚ ਹੀ ਅੰਨ ਦੀ, ਆਪਣੇ ਢਿੱਡ ਦੀ ਰੋਟੀ ਦੀ ਲੜਾਈ ਲੜ ਰਹੇ ਲੋਕਾਂ ਦੇ ਉੱਤੇ ਗੱਡੀਆਂ ਚਾੜੀਆਂ ਗਈਆਂ। ਇਹ ਕੱਲ ਦੀ ਘਟਨਾ ਹੈ ਲਖੀਮਪੁਰ ਵਾਲੀ। ਤੇ ਲਖੀਮਪੁਰ ਦੀ ਉਸ ਪਹਿਲੀ ਘਟਨਾ ਬਾਰੇ ਥੋੜਾ ਜਿਹਾ ਵਿਸਥਾਰ ਚ ਦੱਸੋਗੇ? ਆਜ਼ਾਦੀ ਦੇ ਲਈ ਜਿਹੜੀ ਲੜਾਈ ਹੋਈ, ਜਦੋਂ 1857 ਦਾ ਅੰਦੋਲਨ ਹੋਇਆ, ਉਦੋਂ ਵੀ ਲਖੀਮਪੁਰ ਖੀਰੀ ਦੇ ਵਿੱਚ ਇੱਕ ਜਿਹੜਾ ਸ਼ਾਹਜਹਾਂਪੁਰ ਹੈ, ਉੱਥੇ ਜਿਹੜੇ ਉੱਥੋਂ ਦੇ ਲੋਕਲ ਸੀ, ਉਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਤੇ ਫਿਰ ਉਹ ਸ਼ਹੀਦ ਹੋਏ। ਫਿਰ 1947 ਤੱਕ ਉੱਥੇ ਸ਼ਹੀਦੀਆਂ ਦਾ ਦੌਰ ਚੱਲਦਾ ਰਿਹਾ। ਸੋ ਇਸ ਕਰਕੇ ਉਹ ਧਰਤੀ ਜਿਹੜੀ ਹੈ ਸ਼ਹੀਦਾਂ ਦੀ ਧਰਤੀ ਹੈ ਔਰ 1857 ਦੇ ਗਦਰ ਦੀ ਧਰਤੀ ਹੈ, ਜਿੱਥੋਂ ਉਹ ਗਦਰ ਸ਼ੁਰੂ ਹੋਇਆ। ਸੋ ਇਸ ਕਰਕੇ ਉਹ ਸਾਰੇ ਦਾ ਸਾਰਾ ਏਰੀਆ ਸ਼ਾਹਜਹਾਂਪੁਰ, ਲਖੀਮਪੁਰ ਖੀਰੀ ਔਰ ਉਹ ਸਾਰਾ ਤਰਾਈ ਦਾ ਇਲਾਕਾ, ਉੱਥੇ ਅਜੇ ਵੀ ਸਾਡੀਆਂ ਵਿਰਾਸਤੀ ਨਿਸ਼ਾਨੀਆਂ ਨੇ, ਜਿੱਥੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸਾਹਮਣੇ ਤੋਪਾਂ ਦੇ ਅੱਗੇ ਲੜ ਕੇ ਜਿਹੜੀ ਹੈ ਉਹ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਿਵੇਂ ਪੰਜਾਬੀਆਂ ਨੇ ਸ਼ਹੀਦੀਆਂ ਦਿੱਤੀਆਂ, ਉਵੇਂ ਹੀ ਉੱਥੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ। ਜੀ, ਸਥਾਨਕ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਸੀ। ਤੁਸੀਂ ਭਵਿੱਖ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਕਿਸਾਨ ਕੀ ਰਣਨੀਤੀ ਅਪਣਾਉਣਗੇ, ਜਾਂ ਕੀ ਸਰਕਾਰ ਇਸੇ ਤਰ੍ਹਾਂ ਘਟਨਾਵਾਂ ਕਰਕੇ ਲੋਕਾਂ ਨੂੰ ਪ੍ਰਵੋਕ ਕਰਦੀ ਰਹੇਗੀ, ਉਕਸਾਉਂਦੀ ਰਹੇਗੀ? ਦੇਖੋ, ਹਿਟਲਰ ਦਾ ਰਾਜ ਨਹੀਂ ਰਿਹਾ, ਇਹ ਹਿਟਲਰੀ ਰਾਜ ਆ, ਇਹ ਫਾਸਿਸਟ ਗਵਰਨਮੈਂਟ ਦਾ, ਸਰਕਾਰ ਦਾ ਰਾਜ ਆ, ਜਿਹੜੀ ਇਹ ਕਹਿੰਦੀ ਹੈ ਕਿ ਔਰਤਾਂ ਘਰਾਂ ਦੇ ਵਿੱਚ ਬੰਦ ਰਹਿਣ। ਇਹ ਮਨੂਵਾਦੀ ਸਰਕਾਰ ਹੈ। ਕਿਸਾਨ ਮੋਰਚੇ ਨੇ ਦਸਾ ਦਿੱਤਾ ਹੈ ਕਿ ਔਰਤ ਮਰਦ ਬਰਾਬਰ ਦੇ ਹਿੱਸੇਦਾਰ ਬਣ ਕੇ ਜਦੋਂ ਜੂਝਦੇ ਨੇ, ਆਪਣੇ ਸੰਘਰਸ਼ ਲਈ ਲੜਦੇ ਨੇ, ਉਹ ਸੰਘਰਸ਼ ਜਿੱਤਿਆ ਜਾਏਗਾ।
ਚਾਹੇ ਇਸ ਸੰਘਰਸ਼ ਲਈ ਸਾਨੂੰ 2 ਸਾਲ ਹੋਰ ਕਿਉਂ ਨਾ ਬੈਠਣਾ ਪਵੇ। ਮੋਦੀ ਸਰਕਾਰ ਜਾਏਗੀ, ਉਹਨੇ ਅੱਜ ਜਿਹੜਾ ਕੱਲ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ, ਗੱਡੀਆਂ ਚੜਾਈਆਂ ਨੇ, ਉਹਨੇ ਆਪਣੇ ਰਾਜ ਦੇ ਵਿੱਚ ਆਖਰੀ ਕਿੱਲ ਠੋਕ ਦਿੱਤਾ ਹੈ। ਇਸ ਕਰਕੇ ਇਹ ਮੋਦੀ ਸਮਝ ਲਵੇ ਕਿ ਇਹ ਲੋਕ ਜਿਹੜੇ ਆ ਝੁਕਣ ਵਾਲੇ ਨਹੀਂ ਹੈ, ਕਿਉਂਕਿ ਉੱਥੇ ਉਹ ਲੋਕ ਜਿਹੜੇ ਸਿੱਖ ਬੈਠੇ ਨੇ, ਪੰਜਾਬੀ ਬੈਠੇ ਨੇ, ਜਾਂ ਇੱਥੋਂ ਦੇ ਪੰਜਾਬੀ ਨੇ, ਉਹਨਾਂ ਦੀ ਵਿਰਾਸਤ ਦੇ ਵਿੱਚ ਸਿੱਖ ਗੁਰੂਆਂ ਦਾ, ਗੁਰੂ ਨਾਨਕ ਦਾ ਸ਼ਾਂਤਮਈ ਅੰਦੋਲਨ ਹੈ। ਇਸ ਕਰਕੇ ਹੈ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਹੈ ਇੱਕ ਖੰਡੇ ਦੀ ਧਾਰ ਤੇ ਲੜਨ ਵਾਲਾ ਅੰਦੋਲਨ ਹੈ। ਤੇ ਸੋ ਇਸ ਕਰਕੇ ਔਰਤਾਂ ਮਰਦ ਸਾਰੇ ਇਸ ਕਿਸਾਨ ਅੰਦੋਲਨ ਨੇ, ਤੇ ਇਹ ਮੋਦੀ ਸਰਕਾਰ ਨੂੰ ਝੁਕਣਾ ਪਏਗਾ ਇੱਕ ਦਿਨ, ਤੇ ਇੱਕ ਦਿਨ ਕਾਲੇ ਕਾਨੂੰਨ ਵਾਪਸ ਹੋਣਗੇ। ਜੀ ਸ਼ੁਕਰੀਆ ਡਾਕਟਰ ਕਮਲਜੀਤ ਕੌਰ ਜੀ, ਸ਼ੁਕਰੀਆ ਬਹੁਤ ਬਹੁਤ। ਸਰਕਾਰਾਂ ਵੱਲੋਂ ਲਿਆਂਦੇ ਜਾਂਦੇ ਕਾਨੂੰਨਾਂ, ਉਹਨਾਂ ਕਾਨੂੰਨਾਂ ਦੇ ਕੀ ਮਾਨੇ ਨੇ, ਉਹ ਕਿੰਨੇ ਕੁ ਲੋਕ ਪੱਖੀ ਨੇ, ਅਤੇ ਜੋ ਵੀ ਵਰਤਾਰੇ ਲਗਾਤਾਰ ਵਾਪਰ ਰਹੇ ਨੇ, ਜੋ ਸਰਕਾਰਾਂ ਵੱਲੋਂ ਫੈਸਲੇ ਲਏ ਜਾਂਦੇ ਨੇ, ਉਹਦੇ ਬਾਰੇ ਉਹਨੂੰ ਲੈ ਕੇ ਸਾਡਾ ਜਿਹੜਾ ਨੌਜਵਾਨ ਵਰਗ ਹੈ, ਮੁਟਿਆਰਾਂ ਨੇ ਜਿਹੜੇ, ਉਹ ਕਿੰਨੇ ਸੁਚੇਤ ਨੇ, ਉਹਨਾਂ ਨੂੰ ਪੂਰੀ ਸਮਝ ਹੈ, ਉਹ ਪੂਰੀ ਪੁਣਛਾਣ ਕਰਦੇ ਚੀਜ਼ਾਂ ਦੀ, ਅਤੇ ਆਪੋ ਆਪਣੇ ਢੰਗ ਨਾਲ ਉਹ ਕਿਸ ਤਰ੍ਹਾਂ ਸ਼ਮੂਲੀਅਤ ਕਰਦੇ ਨੇ ਲੋਕ ਘੋਲਾਂ ਵਿੱਚ। ਆਪਾਂ ਗੱਲਬਾਤ ਕਰਦੇ ਹਾਂ ਇੱਥੇ ਚੰਡੀਗੜ੍ਹ ਵਿੱਚ ਲਖੀਮਪੁਰ ਹਿੰਸਾ ਵਿਰੁੱਧ ਰੋਸ ਧਰਨੇ ਵਿੱਚ ਪਹੁੰਚੀ ਅਮਰਿੰਦਰ ਕੌਰ ਜੋ ਚੰਡੀਗੜ੍ਹ ਵਿੱਚ ਲਗਾਤਾਰ 36-37 ਦੇ ਚੌਕ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਧਰਨੇ ਤੇ ਰੋਜ਼ ਸ਼ਾਮ ਨੂੰ ਖਲੋਂਦੀ ਹੈ, ਪ੍ਰਦਰਸ਼ਨ ਕਰਦੀ ਹੈ, ਰੋਸ ਪ੍ਰਦਰਸ਼ਨ ਕਰਦੀ ਹੈ। ਅਮਰਿੰਦਰ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੱਸੋਗੇ ਸਾਨੂੰ ਕਿ ਤੁਸੀਂ ਕੀ ਮੰਨਦੇ ਹੋ ਕਿ ਇੰਨੇ ਕੁ ਉੱਥੇ ਹਰ ਰੋਜ਼ ਖਲੋਣ ਨਾਲ ਕੋਈ ਫਰਕ ਪੈਂਦਾ ਹੈ? ਮੈਨੂੰ ਇਹ ਤਾਂ ਪਤਾ ਨਹੀਂ ਵੀ ਫਰਕ ਪੈਂਦਾ ਕਿ ਨਹੀਂ ਪੈਂਦਾ, ਪਰ ਲੋਕ ਬਹੁਤ ਜਾਗਰੂਕ ਹੋ ਰਹੇ ਹੈ, ਕਿਉਂਕਿ ਜਦੋਂ ਅਸੀਂ ਸਟਾਰਟਿੰਗ 'ਚ ਖੜਦੇ ਸੀ ਤਾਂ ਲੋਕ ਸਾਨੂੰ ਇੰਨਾ ਸਾਡਾ ਸਮਰਥਨ ਨਹੀਂ ਸੀ ਕਰਦੇ, ਸਾਡਾ ਇੰਨਾ ਸਾਥ ਨਹੀਂ ਸੀ ਦਿੰਦੇ। ਮੈਂ ਤੇ ਮੇਰੇ ਨਾਲ ਇੱਕ ਛੋਟਾ ਜਿਹਾ ਬੱਚਾ ਹੋਰ ਖੜਦਾ ਸੀ। ਅਸੀਂ 2 ਦਸੰਬਰ ਦੇ ਖੜੇ ਹਾਂ ਚੌਂਕ ਤੇ ਤੁਸੀਂ ਮੰਨੋਗੇ ਅਸੀਂ 2-3 ਹਫ਼ਤੇ ਤੱਕ ਲਗਾਤਾਰ ਇਕੱਲੇ ਖੜਦੇ ਰਹੇ ਹਾਂ, ਮੈਂ ਤੇ ਮੇਰੀ ਸਿਸਟਰ ਨਾਲ ਇੱਕ ਛੋਟਾ ਜਿਹਾ ਬੱਚਾ। ਹੌਲੀ ਹੌਲੀ ਲੋਕ ਜੁੜਦੇ ਗਏ, ਜਿੱਦਾਂ ਅਵੇਅਰਨੈਸ ਵੱਧਦੀ ਗਈ, ਜਿੱਦਾਂ ਲੋਕਾਂ ਨੂੰ ਪਤਾ ਲੱਗਦਾ ਗਿਆ, ਹੁਣ ਤੇ ਹਰ ਗੱਡੀ ਜਿਹੜੀ ਲੰਘਦੀ ਹੈ ਉਹ ਸਾਨੂੰ ਥੰਬਸ ਅਪ ਕਰਕੇ ਜਾਂਦੀ ਹੈ। ਤਾਂ ਮੈਨੂੰ ਲੱਗਦਾ ਇਹਦੇ ਨਾਲ ਕੁਝ ਹੋਰ ਹੋ ਰਿਹਾ ਕਿ ਨਹੀਂ ਹੋ ਰਿਹਾ, ਪਰ ਅਵੇਅਰਨੈਸ ਜ਼ਰੂਰ ਜਾਰੀ ਹੈ ਵੀ ਹਾਂ ਸਾਡੇ ਉੱਤੇ ਧੱਕਾ ਹੋ ਰਿਹਾ ਹੈ। ਤੁਸੀਂ ਲੋਕਾਂ ਨੂੰ ਐਕਸਪਲੇਨ ਕੀਤਾ, ਵਿਸਥਾਰ 'ਚ ਖੁਲਾਸਾ ਕਰਕੇ ਦੱਸਿਆ ਕਿ ਤੁਸੀਂ ਕਿਉਂ ਉੱਥੇ ਖੜ ਰਹੇ ਹੋ ਤੇ ਕੀ ਇਹ ਕਾਨੂੰਨ ਲੋਕ ਵਿਰੋਧੀ ਕਿਵੇਂ ਨੇ? ਹਾਂਜੀ, ਸਾਡੇ ਕੋਲੇ ਲੋਕ ਆ ਕੇ ਪੁੱਛਦੇ ਹੁੰਦੇ ਸੀ ਵੀ ਕਿਸ ਤਰ੍ਹਾਂ ਇਹ ਤੁਸੀਂ, ਮਤਲਬ ਬੜੇ ਲੋਕ ਬੈਸਟ ਵੀ ਆਏ ਮੇਰੇ ਨਾਲ ਵੀ, ਤੁਸੀਂ ਗਲਤ ਕਰ ਰਹੇ ਹੋ, ਬਹੁਤ ਵਧੀਆ ਇਹਨਾਂ ਦੇ ਕਾਨੂੰਨ ਬਣਾਏ ਹੋਏ ਨੇ। ਤਾਂ ਅਸੀਂ ਉਹਨਾਂ ਨੂੰ ਕਾਊਂਟਰ ਕੁਐਸਚਨਸ ਪੁੱਛਦੇ ਸੀਗੇ। ਅਸੀਂ ਰੋਜ਼ ਉੱਥੇ ਲਗਾਤਾਰ 1 ਮਹੀਨਾ ਰੋਜ਼ ਸ਼ਾਮ ਨੂੰ ਅਸੀਂ ਲੈਕਚਰ ਦਿੱਤਾ ਹੈ 5-5 10-10 ਮਿੰਟ ਦਾ ਰੋਜ਼, ਵੀ ਹਾਂ ਇਹਦੇ ਵਿੱਚ ਆਹ ਮਾੜਾ, ਇਹਦੇ ਵਿੱਚ ਆਹ ਮਾੜਾ, ਇਹਦੇ ਵਿੱਚ ਆਹ ਮਾੜਾ, ਤਾਂ ਕਿ ਲੋਕਾਂ ਨੂੰ ਵੀ ਸਮਝ ਆਵੇ ਤੇ ਲੋਕ ਅਗਰ ਕੱਲ ਨੂੰ ਕੋਈ ਆ ਕੇ ਤੁਹਾਨੂੰ ਪੁੱਛਦਾ ਤੁਸੀਂ ਜਵਾਬ ਦੇਣ ਜੋਗੇ ਹੋਵੋ। ਅਮਰਿੰਦਰ, ਤੁਸੀਂ ਹੋਰ ਕਾਨੂੰਨ ਵੀ ਸ਼ਾਮਲ ਕੀਤੇ ਆਪਣੇ ਰੋਸ ਵਿੱਚ, ਜਿਸ ਤਰ੍ਹਾਂ ਲੇਬਰ ਲਾਜ਼ ਨਵੇਂ ਆ ਗਏ ਨੇ ਤੇ ਹੋਰ ਬੜਾ ਕੁਝ ਸਰਕਾਰ ਨਾਲ ਫੈਸਲੇ ਕਰੀ ਜਾ ਰਹੇ ਆ, ਬੜਾ ਕੁਝ LIC ਵਗੈਰਾ ਬਾਰੇ, ਜਾਂ ਜਿਹੜੇ ਲੋਕ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਵੇਚੇ ਜਾ ਰਹੇ ਨੇ, ਇਹਨਾਂ ਬਾਰੇ ਵੀ ਲੋਕਾਂ ਨੂੰ ਸੁਚੇਤ ਕਰ ਰਹੇ ਹੋ? ਇਹਦੇ ਬਾਰੇ ਅਸੀਂ ਪ੍ਰੋਪਰਲੀ ਨਹੀਂ ਦੱਸ ਰਹੇ, ਪਰ ਇਹ ਕਿਉਂਕਿ ਜਿਹੜਾ ਧਰਨਾ ਹੈ ਇਕੱਠਾ ਧਰਨਾ ਹੈ, ਸਾਰਿਆਂ ਦਾ ਇਕੱਠਾ ਧਰਨਾ ਹੈ, ਤਾਂ ਉਹਦੇ ਥਰੂ ਉਹ ਵੀ ਜਾ ਰਿਹਾ, ਕਿਉਂਕਿ ਕਾਮਨ ਮੈਨ ਵਾਸਤੇ ਆਪਾਂ ਇਸ ਵੇਲੇ ਖੜੇ ਹਾਂ। ਕਿਉਂਕਿ ਸਭ ਤੋਂ ਜ਼ਿਆਦਾ ਅਗਰ ਪ੍ਰਾਈਵੇਟ ਸੈਕਟਰ ਵੀ ਅਗਰ ਵੇਚਿਆ ਜਾ ਰਿਹਾ ਹੈ ਜਾਂ ਅਗਰ ਗਵਰਨਮੈਂਟ ਸੈਕਟਰ ਵੀ ਵੇਚਿਆ ਜਾ ਰਿਹਾ, ਤਾਂ ਉਹਦੇ ਵਿੱਚ ਕਿਹਦਾ ਨੁਕਸਾਨ ਹੈ? ਸਭ ਤੋਂ ਜ਼ਿਆਦਾ ਕਾਮਨ ਮੈਨ ਦਾ ਨੁਕਸਾਨ ਹੈ। ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਕਾਮਨ ਮੈਨ ਜਿਹੜਾ ਉਹਨੂੰ ਅਸੀਂ ਆਪਣੇ ਨਾਲ ਜੋੜ ਸਕੀਏ। ਪਹਿਲਾਂ ਜਿਹੜਾ ਤੁਸੀਂ 36-37 ਦੇ ਚੌਂਕ ਵਿੱਚ ਖੜਦੇ ਸੀ ਹਨਾ, 2 ਦਸੰਬਰ ਤੋਂ ਖੜਦੇ ਰਹੇ, ਹੁਣ ਉਹ ਜਿਹੜਾ ਤੁਹਾਡਾ ਰੋਸ ਹੈ ਹੁਣ ਉਹ ਕਿਹੜਾ ਰੂਪ ਲੈ ਗਿਆ? ਹੁਣ ਕਿੰਨੇ ਕੁ ਲੋਕ ਹੋ ਜਾਂਦੇ ਹੋ ਜਾਂ ਰੋਜ਼ ਜਾਂਦੇ ਹੋ ਕਿ ਨਹੀਂ? ਹੁਣ ਕੀ ਸਥਿਤੀ ਹੈ? ਮੈਮ, ਜਦੋਂ ਅਸੀਂ ਖੜਦੇ ਸੀ ਤਦ ਤਾਂ ਕੀ ਕਹਿੰਦੇ 2-3 ਜਾਣੇ ਤੋਂ ਸ਼ੁਰੂਆਤ ਹੋਈ, ਉੱਥੇ ਹੌਲੀ ਹੌਲੀ ਉੱਥੇ 500 600 700 ਈਵਨ ਇੱਕ ਦਿਨ 1000 ਬੰਦਾ ਵੀ ਪਹੁੰਚਿਆ। ਫਿਰ ਜਦੋਂ ਲੋਕਡਾਊਨ ਲੱਗਿਆ ਉਦੋਂ ਕੀ ਕਹਿੰਦੇ ਅਸੀਂ ਫਿਰ 15 ਕੁ ਜਾਣੇ ਬੜੀ ਮੁਸ਼ਕਿਲ ਨਾਲ 15-20 ਜਿੱਦਣ 30 ਹੋ ਜਾਂਦੇ ਸੀ, ਬੜੇ ਖੁਸ਼ ਹੋ ਜਾਂਦੇ ਸੀ ਵੀ ਹਾਂ ਚਲੋ ਦੁਬਾਰਾ ਸਪੋਰਟ ਆਣੀ ਸ਼ੁਰੂ ਹੋਈ। ਜਿਸ ਦਿਨ ਲੋਕਡਾਊਨ ਖਤਮ ਹੋਇਆ ਉਸ ਦਿਨ ਤੋਂ ਫਿਰ ਸਾਡੇ ਕੋਲੇ 60 70 80 ਫਿਰ ਤੋਂ ਬੰਦੇ ਹੋਣ ਲੱਗ ਗਿਆ। ਤਾਂ ਮਤਲਬ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਹਾਂ ਦੁਬਾਰਾ ਸਾਡਾ ਜਿਹੜਾ ਮੋਰਚਾ ਹੈ ਫਤਿਹ ਬੁਲੰਦਾਂ ਵਿੱਚ ਹੈ ਸਾਡਾ। ਤੇ ਤੁਹਾਡੇ ਨਾਲ ਹੋਰ ਕੁੜੀਆਂ ਮੁੰਡੇ ਵੀ ਰਲ ਰਹੇ ਨੇ ਜਾਂ ਸੁਚੇਤ ਕਰਨ ਲਈ ਉਹ ਅਧਿਐਨ ਕਰਕੇ ਆਉਂਦੇ ਨੇ, ਪੜ੍ਹ ਕੇ ਸਟੱਡੀ ਕਰਕੇ ਆਉਂਦੇ ਨੇ ਲਾਅ? ਹਾਂਜੀ, ਸਾਡੇ ਕੋਲੇ ਯੂਨੀਵਰਸਿਟੀ ਵਾਲੇ ਵੀ ਆਉਂਦੇ ਆ ਸਾਰੇ, ਸਾਡੇ ਕੋਲੇ ਬਜ਼ੁਰਗ ਹਰ ਵਰਗ ਦਾ ਬੰਦਾ ਸਾਡੇ ਕੋਲੇ ਆਉਂਦਾ ਹੈ। ਛੋਟੇ ਛੋਟੇ ਬੱਚੇ, ਸਾਡੇ ਕੋਲ 6 ਮਹੀਨੇ ਦੀ ਬੱਚੀ ਵੀ ਆਉਂਦੀ ਹੁੰਦੀ ਸੀ, ਲਗਾਤਾਰ ਆਉਂਦੀ ਰਹੀ ਹੈ ਸਾਡੇ ਕੋਲੇ ਉਹ, ਉਹਨਾਂ ਦਾ ਨਾਮ, ਹਾਂਜੀ, ਤੇ ਉਹ ਆਉਂਦੀ ਰਹੀ ਹੈ ਸਾਡੇ ਕੋਲੇ। ਤੇ ਮਤਲਬ ਬਜ਼ੁਰਗ ਤੋਂ ਬਜ਼ੁਰਗ ਆਉਂਦੇ ਰਹਿੰਦੇ ਆ, ਉਹਨਾਂ ਕੋਲੇ ਜਿਹੜੇ ਖੜ ਵੀ ਨਹੀਂ ਸਕਦੇ ਉਹ ਵੀ ਸਾਡੇ ਕੋਲੇ ਆ ਕੇ ਅਸੀਂ ਉਹਨਾਂ ਲਈ ਪ੍ਰਬੰਧ ਕੀਤਾ ਹੋਇਆ ਵੀ ਉਹ ਬੈਠ ਸਕਣ ਸਾਡੇ ਨਾਲ ਆ ਕੇ, ਉਹ ਵੀ ਸਾਡੇ ਕੋਲੇ ਆਉਂਦੇ ਆ। ਤੇ ਤੁਸੀਂ ਕੀ ਸੋਚਦੇ ਹੋ ਵੀ ਇਸ ਜਿਹੜਾ ਤੁਹਾਡੇ ਧਰਨੇ ਦਾ ਕੀ ਅੰਤ ਹੋਏਗਾ? ਲੱਗਦਾ ਤੁਹਾਨੂੰ ਸਰਕਾਰ ਵਾਪਸ ਲਏਗੀ ਕਾਨੂੰਨ?
ਮੈਨੂੰ ਅੰਤ ਦਾ ਤਾਂ ਹਲੇ ਕੁਝ ਪਤਾ ਨਹੀਂ ਹੈ, ਪਰ ਇਹਨਾਂ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣਗੇ, ਕਿਉਂਕਿ ਆਪਣੀ ਸੁਸਾਇਟੀ ਇਸ ਵੱਲ ਮਤਲਬ ਗਰੀਬੀ ਵੱਲ ਹੁਣ ਜ਼ਿਆਦਾ ਤੁਰ ਪਈ ਹੈ। ਆਲਰੇਡੀ ਕਰੋਨਾ ਨੇ ਇੰਨਾ ਜ਼ਿਆਦਾ ਉਹਨਾਂ ਦਾ ਸਤਿਆਨਾਸ਼ ਕਰ ਚੁੱਕੀ ਹੈ, ਹਰ ਵਰਗ ਨੂੰ ਅਫੈਕਟ ਹੋਇਆ ਇਸ ਚੀਜ਼ ਦਾ। ਤੇ ਮੈਨੂੰ ਲੱਗਦਾ ਕਿ ਜੇ ਇਹ ਮਤਲਬ ਚੱਲਦੇ ਰਹੇ ਕਾਨੂੰਨ ਹੈ ਨਾ, ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਏਗਾ ਆਪਣੇ ਇੰਡੀਆ ਦਾ। ਤੇ ਆਮ ਲੋਕੀ ਜਿਹੜੇ ਖੇਤੀਬਾੜੀ ਨਾਲ ਨਹੀਂ ਜੁੜੇ ਹੋਏ ਸ਼ਹਿਰੀ ਲੋਕ, ਉਹਨਾਂ ਨੂੰ ਸਮਝ ਆ ਰਹੀ ਹੈ ਤੁਹਾਡੇ ਮੁਤਾਬਕ, ਕਿਉਂਕਿ ਤੁਸੀਂ ਚੌਕ 'ਚ ਖੜਦੇ ਹੋ? ਅਸੀਂ ਇੱਕ ਨਵਾਂ ਪ੍ਰੋਪਾਗੈਂਡਾ ਸ਼ੁਰੂ ਕੀਤਾ ਹੈ, ਮਤਲਬ ਇੱਕ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਹੈ ਕਿ 36 37 ਅਸੀਂ 35 ਸੈਕਟਰ ਜਿਹੜੇ ਖੜਦੇ ਆ ਅੰਕਲ ਆਂਟੀ, ਉਹਨਾਂ ਤੋਂ ਅਸੀਂ ਸਿੱਖਿਆ ਸੀ ਕਿ ਉਹ ਨਾ ਘਰ ਘਰ ਜਾ ਕੇ ਝੰਡੇ ਲਾਉਂਦੇ ਆ, ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਨਹੀਂ, ਪਰਮਿਸ਼ਨ ਲੈ ਕੇ ਕਿ ਹਾਂ ਅਸੀਂ ਇਸ ਤਰ੍ਹਾਂ ਫਾਰਮਰਸ ਗਰੁੱਪ ਤੋਂ ਆਏ ਹਾਂ ਤੇ ਅਸੀਂ ਤੁਹਾਡੇ ਘਰ 'ਚ ਝੰਡੇ ਲਾਉਣਾ ਚਾਹੁੰਦੇ ਹਾਂ। ਤੇ ਤੁਸੀਂ ਅੱਜ 35 ਸੈਕਟਰ ਜਾ ਕੇ ਦੇਖਿਓ, ਸਾਰਾ 35 ਸੈਕਟਰ ਝੰਡਿਆਂ ਨਾਲ ਭਰਿਆ ਹੋਇਆ, ਸਾਰਾ ਸੈਕਟਰ। ਤਾਂ ਇੱਥੋਂ ਪਤਾ ਲੱਗਦਾ ਵੀ ਹਾਂ ਲੋਕ ਅਵੇਅਰ ਹੈਗੇ ਆ, ਲੋਕ ਸਾਡੇ ਨਾਲ ਸਾਥ ਦਿੰਦੇ ਆ। ਪਰ ਕੁਝ ਲੋਕ ਜਿਹੜੇ ਗਵਰਨਮੈਂਟ ਜੌਬ ਵਗੈਰਾ ਵਾਲੇ ਆ, ਉਹ ਅੱਗੇ ਆ ਕੇ ਨਹੀਂ ਸਾਥ ਦੇ ਸਕਦੇ ਕਿਉਂਕਿ ਉਹਨਾਂ ਦੀਆਂ ਵੀ ਮਜਬੂਰੀਆਂ ਹੈ, ਠੀਕ ਹੈ। ਤੇ ਅਸੀਂ ਵੀ 36 ਸੈਕਟਰ 'ਚ ਸ਼ੁਰੂ ਕੀਤਾ ਤੇ ਇਹਦੇ ਨਾਲ ਮੈਨੂੰ ਲੱਗਦਾ ਜ਼ਿਆਦਾ ਅਵੇਅਰਨੈਸ ਫੈਲਦੀ ਹੈ ਕਿ ਹਾਂ ਲੋਕ ਸਾਨੂੰ ਪੁੱਛਦੇ ਆ ਤੇ ਸਾਨੂੰ ਕੁਐਸਚਨ ਕਰਦੇ ਆ ਵੀ ਕਿਸ ਲਈ ਤੁਸੀਂ ਆਏ ਹੋ, ਕਿਉਂ ਤੁਸੀਂ ਇਹ ਸਭ ਕਰਨਾ ਚਾਹੁੰਦੇ ਹੋ, ਇਹਦਾ ਕੀ ਫਾਇਦਾ ਹੈ। ਤਾਂ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਦੇ ਹਾਂ ਤਾਂ ਉਸ ਸਗੋਂ ਤੇ ਸਾਡੇ ਨਾਲ ਸਾਡਾ ਸਮਰਥਨ ਕਰਦੇ ਆ ਉਸ ਚੀਜ਼ ਦਾ। ਸੋ ਹੁਣ ਅਮਰਿੰਦਰ ਕੌਰ ਇਕੱਲਾ ਚੌਕ ਵਿੱਚ ਖੜਨ ਤੱਕ ਸੀਮਤ ਨਹੀਂ ਰਹੀ, ਉਹਨਾਂ ਨੇ 35 ਸੈਕਟਰ ਦੇ ਵੱਡੇ ਲੋਕਾਂ ਤੋਂ, ਵੱਡੀ ਉਮਰ ਦੇ ਲੋਕਾਂ ਤੋਂ ਸਿੱਖਿਆ ਕਿ ਘਰ ਘਰ ਜਾ ਕੇ ਝੰਡੇ ਲਾਏ ਜਾਣ। ਤੇ ਹੁਣ ਅਮਰਿੰਦਰ ਤੇ ਇਸ ਦੇ ਨਾਲ ਦੇ ਸਾਥੀ ਘਰ ਘਰ ਜਾ ਕੇ 36 ਸੈਕਟਰ ਵਿੱਚ ਝੰਡੇ ਲਾ ਰਹੇ ਹੋ। ਅਮਰਿੰਦਰ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਤੁਸੀਂ ਲੋਕ ਘੋਲ ਵਿੱਚ ਸ਼ਾਮਲ ਹੋ ਰਹੇ ਹੋ। ਥੈਂਕ ਯੂ। ਕਾਤਿਲ ਸਰਕਾਰ ਮੁਰਦਾਬਾਦ, ਕਾਤਿਲ ਸਰਕਾਰ ਮੁਰਦਾਬਾਦ, ਕਾਤਿਲ ਸਰਕਾਰ ਮੁਰਦਾਬਾਦ, ਅਹੰਕਾਰੀ ਸਰਕਾਰ ਮੁਰਦਾਬਾਦ, ਅਹੰਕਾਰੀ ਸਰਕਾਰ ਮੁਰਦਾਬਾਦ, ਅਹੰਕਾਰੀ ਸਰਕਾਰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਅਹੰਕਾਰੀ ਸਰਕਾਰ ਮੁਰਦਾਬਾਦ, ਅਹੰਕਾਰੀ ਸਰਕਾਰ ਮੁਰਦਾਬਾਦ। ਇਹ ਕੀ ਹੋਇਆ? ਮੋਦੀ ਹੋਇਆ। 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 ਲਖੀਮਪੁਰ ਵਿੱਚ ਕੱਲ ਕਿਸਾਨਾਂ ਦੇ ਧਰਨੇ ਦੌਰਾਨ ਰੋਸ ਪ੍ਰਦਰਸ਼ਨ ਦੌਰਾਨ ਜੋ ਹਿੰਸਾ ਹੋਈ ਅਤੇ ਜੋ ਰਾਜ ਗ੍ਰਹਿ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਦਰੜਿਆ, ਇਸ ਹਿੰਸਾ ਵਿਰੁੱਧ ਕਾਂਗਰਸ ਦੀ ਆਗੂ ਪ੍ਰਿਯੰਕਾ ਵਾਡਰਾ ਜਦੋਂ ਪੀੜਤਾਂ ਨੂੰ ਮਿਲਣ ਲਈ ਜਾ ਰਹੇ ਸਨ, ਉਸ ਥਾਂ ਜਾ ਰਹੇ ਸਨ ਲਖੀਮਪੁਰ ਵੱਲ, ਤਾਂ ਉਹਨਾਂ ਨੂੰ ਉੱਥੋਂ ਜਾਣ ਤੋਂ ਰੋਕਿਆ ਗਿਆ। ਅਤੇ ਇਸ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸਾਥੀ MLAs ਵਿਧਾਇਕਾਂ ਨੂੰ ਨਾਲ ਲੈ ਕੇ ਰਾਜਪਾਲ ਨੂੰ ਰੋਸ ਪੱਤਰ ਦੇਣ ਆਏ ਹਨ। ਇਸ ਵੇਲੇ ਤੁਸੀਂ ਦੇਖ ਰਹੇ ਹੋ ਅਸੀਂ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਦੇ ਸਾਹਮਣੇ ਖਲੋਤੇ ਹਾਂ ਅਤੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀ MLA ਨਾਅਰੇਬਾਜ਼ੀ ਕਰ ਰਹੇ ਹਨ, ਰੱਜ ਕੇ ਨਾਅਰੇਬਾਜ਼ੀ ਹੋ ਰਹੀ ਹੈ ਅਤੇ ਉਹ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾ ਰਹੇ ਹਨ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਨਾਅਰੇ ਵੀ ਲੱਗ ਰਹੇ ਹਨ। ਤੁਸੀਂ ਦੇਖ ਰਹੇ ਹੋ ਸਾਰਾ ਮੀਡੀਆ ਇੱਥੇ ਪਹੁੰਚਿਆ ਹੈ, ਸਾਰੇ ਆਗੂ ਇੱਥੇ ਪਹੁੰਚ ਰਹੇ ਹਨ, ਪੁਲਿਸ ਦਾ ਜਮਘਟਾ ਲੱਗਿਆ ਹੋਇਆ ਹੈ ਅਤੇ ਪ੍ਰਿਯੰਕਾ ਵਾਡਰਾ ਨੂੰ ਕਿਉਂਕਿ ਲਖੀਮਪੁਰ ਵਿੱਚ ਜਾਣ ਨਹੀਂ ਦਿੱਤਾ ਗਿਆ, ਘਟਨਾ ਸਥਾਨ ਤੇ ਨਹੀਂ ਜਾਣ ਦਿੱਤਾ ਗਿਆ, ਪੀੜਤਾਂ ਨੂੰ ਨਹੀਂ ਮਿਲਣ ਦਿੱਤਾ ਗਿਆ, ਇਸ ਦੇ ਰੋਸ ਵਜੋਂ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੱਜ ਮੰਗ ਪੱਤਰ ਦੇਣ ਲਈ ਰਾਜਪਾਲ ਕੋਲੇ ਪਹੁੰਚੇ ਹੋਏ ਹਨ। ਅੰਦਰ ਜਾਣ ਤੋਂ ਪਹਿਲਾਂ, ਰਾਜਪਾਲ ਨੂੰ ਮਿਲਣ ਤੋਂ ਪਹਿਲਾਂ ਉਹ ਇੱਥੇ ਬਾਹਰ ਗੇਟ ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ, ਨਾਅਰੇਬਾਜ਼ੀ ਕਰ ਰਹੇ ਹਨ। ਤੁਸੀਂ ਦੇਖ ਰਹੇ ਹੋ ਹੈ ਮਜ਼ਦੂਰ ਏਕਤਾ ਜਿੰਦਾਬਾਦ। ਭਾਈ ਮੈਡਮ ਪਲੀਜ਼ ਇੱਕ ਮਿੰਟ ਮੁਰਦਾਬਾਦ, ਸਰਕਾਰੀ ਸਰਕਾਰ ਮੁਰਦਾਬਾਦ। ਮੋਦੀ ਹੋਇਆ। 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 ਸਾਰੇ ਮੀਡੀਆ ਮੋਦੀ ਹੋਇਆ। ਮੋਦੀ ਹੋਇਆ। ਮੋਦੀ ਹੋਇਆ। ਮਾਈਕ ਪਿੱਛੇ ਰੱਖੋ, ਹੋਰ ਕੀ ਕਰ ਰਿਹਾ ਕੋਈ? ਹਰ ਵਰਕਰ, ਮਾਈਕ ਕਿਉਂ ਨਹੀਂ ਪਿੱਛੇ? ਹਰ MLA, ਹਰ ਬਛਿੰਦਾ, ਕੈਬਨਿਟ ਦੇ ਹਰ ਬੰਦਾ ਲੜੇਗਾ, ਹਰ ਪੰਜਾਬੀ ਲੜੇਗਾ, ਇਸ ਜ਼ੁਲਮ ਦੇ ਖਿਲਾਫ ਲੜੇਗਾ। ਸਿੱਧੂ ਸਾਹਿਬ ਪੰਜਾਬੀ ਇਸ ਅਹੰਕਾਰੀ ਵਿਚਾਰਧਾਰਾ ਦੇ ਖਿਲਾਫ ਲੜੇਗਾ, ਜਮਹੂਰੀਅਤ ਨੂੰ ਬਚਾਉਣ ਦੇ ਲਈ ਲੜੇਗਾ। ਲੜਾਈ ਜਾਰੀ ਰਹੇਗੀ, ਅੜਾਂਗੇ ਵੀ
लड़ांगे भी। हेलीकॉप्टर जो वहाँ पे लैंड करने की इजाजत नहीं किसान मोदी सरकार, सिद्धू साहब लैंड करने की किसान विरोधी सरकार, किसान विरोधी सरकार, किसान विरोधी सरकार, अहंकारी सरकार, तानाशाही नहीं चलेगी, तानाशाही नहीं चलेगी। मैडम माइक ना थोड़ा पीछे रखो, आप क्यों बोल तो रही नहीं है तानाशाही नीचे रिकॉर्ड कर लो ना, आप ऐसे ना करो ना। तानाशाही नहीं चलेगी। किसान मजदूर एकता जिंदाबाद, 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 किसान मजदूर एकता जिंदाबाद। सिद्धू साहब ये जो आज हेलीकॉप्टर भी लैंडिंग करने दिया जा रहा है, तमाम जो नेता उनको रोका गया, उसके बारे में क्या कहेंगे? प्रियंका गांधी को भी रोका गया सभा पे। सरकार मुर्दाबाद, खट्टर सरकार कोई भी पंजाब का व्यक्ति यूपी नहीं आ सकता है। पंजाब के चुने हुए नुमाइंदों के हेलीकॉप्टर वहां लैंड नहीं होने दिए जा रहे। प्रियंका जी के साथ बदसलूकी की। ये जमहूरियत नहीं है, ये डेमोक्रेसी नहीं है, ये हमारे फंडामेंटल राइट्स पे एक वार है, ये किसानों के अधिकार के ऊपर कातिलाना वार है। ये अहंकार बोल रहा है, इनको लगता है कि इनकी कुर्सी लड़खड़ा रही है, इनके सिंहासन लड़खड़ा रहे हैं, क्योंकि ये आवाज जन जन की है, ये आवाज कण कण की है। ये एक सोशल मूवमेंट, ऐसी सोशल मूवमेंट है जिसने सारे हिंदुस्तान को एक करके रखा है। सर, प्रियंका गांधी जी के साथ जो बर्ताव हुआ उसको कैसे देखते हैं आप? ये अहंकार है, ये सरकार का अहंकार है कि एक नेक औरत के साथ बदसलूकी हो रही है। ये उनके अधिकारों का हनन है, ये हिंदुस्तान की हर औरत का अपमान है मेरे हिसाब से। सर आप भी जाएंगे वहाँ पर? किसान मजदूर एकता, ਨਵਜੋਤ ਸਿੱਧੂ ਜੀ ਤੁਸੀਂ ਜਾਓ। किसान मजदूर एकता, किसान मजदूर एकता, अहंकारी सरकार। सर, आप भी जाएंगे? अहंकारी आप भी जाएंगे सर? चंडीगढ़ पैर हटाओ। पीछे हटो। भैया पैर हटाओ। गणेश जी, ਹਾਂਜੀ, ਨਵਜੋਤ ਸਿੱਧੂ ਹੋਰਾਂ ਦਾ ਕਹਿਣਾ ਕਿ ਜੋ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਘਟਨਾ ਸਥਾਨ ਤੇ ਯੂਪੀ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਉੱਥੇ ਪੰਜਾਬ ਦੇ ਮੰਤਰੀ ਰੰਧਾਵਾ ਹੋਰਾਂ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਗਿਆ, ਲੋਕਾਂ ਨੂੰ ਉੱਧਰ ਜਾਣ ਨਹੀਂ ਦਿੱਤਾ ਜਾ ਰਿਹਾ। ਇਹ ਕੇਂਦਰ ਸਰਕਾਰ ਦਾ ਹੰਕਾਰ ਹੈ ਜੋ ਟੁੱਟੇਗਾ। ਇਹ ਬਿਲਕੁਲ ਅਨਡੈਮੋਕ੍ਰੈਟਿਕ ਹੈ, ਇਹ ਜਮਹੂਰੀ ਕਦਰਾਂ ਕੀਮਤਾਂ ਦੇ ਖਿਲਾਫ ਹੈ ਤੇ ਉਹ ਇਸ ਦਾ ਸਖਤ ਵਿਰੋਧ ਕਰਦੇ ਹਨ ਅਤੇ ਇਹਦੇ ਲਈ ਉਹ ਲਗਾਤਾਰ ਇਸੇ ਤਰ੍ਹਾਂ ਹੀ ਵਿਰੋਧ ਦਰਜ ਕਰਾਉਂਦੇ ਰਹਿਣਗੇ। ਤੁਸੀਂ ਦੇਖ ਰਹੇ ਹੋ ਕਿ ਨਵਜੋਤ ਸਿੱਧੂ, ਸੁਖਪਾਲ ਖਹਿਰਾ ਅਤੇ ਹੋਰ ਵਿਧਾਇਕ ਥੱਲੇ ਬੈਠੇ ਰਾਜਪਾਲ ਭਵਨ ਦੇ ਬਾਹਰ ਗੇਟ ਤੇ ਥੱਲੇ ਬੈਠੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਨਾਅਰੇਬਾਜ਼ੀ ਕਰ ਰਹੇ ਹਨ। ਅੱਤ ਦੀ ਗਰਮੀ ਪੈ ਰਹੀ ਹੈ ਤੇ ਬਹੁਤ ਸਾਰੇ ਐਮਐਲਏ ਉਹਨਾਂ ਦੇ ਨਾਲ ਹਨ। ਜ਼ੋਰਦਾਰ ਨਾਅਰੇਬਾਜ਼ੀ ਹੋ ਰਹੀ ਹੈ ਮੋਦੀ ਸਰਕਾਰ ਦੇ ਵਿਰੁੱਧ, ਯੂਪੀ ਸਰਕਾਰ ਦੇ ਵਿਰੁੱਧ, ਨਾਲ ਹਰਿਆਣਾ ਦੀ ਖੱਟਰ ਸਰਕਾਰ ਦੇ ਵਿਰੁੱਧ ਨਾਅਰੇ ਲੱਗ ਰਹੇ ਨੇ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਾਲੇ ਕੱਪੜੇ ਪਾ ਕੇ ਪਹੁੰਚੇ ਹਨ ਰੋਸ ਪ੍ਰਗਟਾਉਣ ਲਈ ਰਾਜਪਾਲ ਨੂੰ ਮਿਲਣ ਜਾਣ ਸਮੇਂ। ਆਪਾਂ ਗੱਲ ਕਰਦੇ ਹਾਂ, ਗੁਰਪ੍ਰੀਤ ਕਾਂਗੜ ਜੀ ਹੋਰੀ ਸਾਨੂੰ 1 ਮਿੰਟ ਲਈ ਅਵੇਲੇਬਲ ਹੋਏ ਨੇ। ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਰੋਸ ਪ੍ਰਗਟ ਕਰ ਰਹੇ ਹੋ ਤੇ ਮੰਗ ਪੱਤਰ ਦੇਣ ਰਾਜਪਾਲ ਸਾਹਿਬ ਕੋਲੇ ਜਾ ਰਹੇ ਹੋ, ਕੀ ਕਹਿਣਾ ਤੁਹਾਡਾ ਸਾਰੇ ਕਾਸੇ ਬਾਰੇ? ਜਿਹੜਾ ਮੋਦੀ ਸਰਕਾਰ ਨੇ ਕੱਲ ਜੋ ਭਾਣਾ ਵਰਤਿਆ ਬਹੁਤ ਦਰਦਨਾਕ। ਇੱਕ ਸ਼ਾਂਤਮਈ ਕਿਸਾਨ ਆਪਦਾ ਪ੍ਰੋਟੈਸਟ ਕਰ ਰਹੇ ਸੀ,
ਇੱਕ ਹੰਕਾਰੀ ਉਹਨਾਂ ਦੇ ਮਿਨਿਸਟਰ ਦੇ ਉੱਤੋਂ ਦੀ ਕਾਫਲਾ ਨਿਗਾਹ ਕੇ ਦਰੜ ਦੇਣਾ ਇਦੋਂ ਵੱਧ ਅਤਿਆਚਾਰ ਨਹੀਂ ਹੋ ਸਕਦਾ। ਜਿੰਨੀ ਇਸ ਦੀ ਨਿੰਦਿਆ ਕੀਤੀ ਜਾਵੇ ਓਨੀ ਥੋੜੀ ਹੈ। ਇਸ ਕਰਕੇ ਬਿਲਕੁਲ ਇਹ ਨਾ ਸਹਾਰਿਆ ਜਾਣਾ। ਪੰਜਾਬ ਦਾ ਘਰ ਘਰ ਦਾ ਬੱਚਾ ਬੱਚੀ ਆਪਣੇ ਆਪ ਨੂੰ ਖਤਮ ਕਰ ਲੂਗਾ, ਪਰ ਅਸੀਂ ਕਿਸਾਨਾਂ ਦੇ ਨਾਲ ਇਹ ਜਿਹਾ ਹੋਣ ਨਹੀਂ ਕੀ ਤੁਸੀਂ ਨਵਜੋਤ ਸਿੱਧੂ ਜਾਂ ਹੋਰ ਨਾਲ ਐਮਐਲਏਜ਼ ਵਿਧਾਇਕ ਤੇ ਸੁਖਪਾਲ ਖਹਿਰਾ ਤੇ ਹੋਰ ਆਗੂ ਕਾਂਗਰਸ ਦੇ ਉੱਥੇ ਜਾਓਗੇ ਲਖੀਮਪੁਰ? ਹਾਲ ਉੱਥੇ ਪਤਾ ਲੱਗਿਆ ਵੀ ਨਾ ਤਾਂ ਕੋਈ ਆਪਣੀ ਗੱਡੀ ਰਾਹੀਂ ਜਾਣ ਦਿੰਦੇ ਆ, ਨਾ ਕੋਈ ਹੈਲੀਕਾਪਟਰ ਜਾ ਰਿਹਾ ਹੈ। ਇਸ ਕਰਕੇ ਪ੍ਰੋਗਰਾਮ ਬਣੂਗਾ ਜੋ ਪਾਰਟੀ ਪੱਧਰ ਤੇ ਬਣੂਗਾ। ਕੱਲਾ ਕਾਂਗਰਸ ਦਾ ਵਰਕਰ ਨਹੀਂ ਜਾਊਗਾ ਜਾਂ ਐਮਐਲਏ ਜਾਂ ਮੰਤਰੀ ਨਾ ਜਾਣਗੇ, ਸਾਰਾ ਪੰਜਾਬ ਉੱਠ ਕੇ ਉੱਥੇ ਜਾਊਗਾ। ਉੱਥੇ ਪੰਜਾਬ ਦੇ ਲੋਕਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ? ਬਿਲਕੁਲ ਰੋਕਿਆ ਜਾਏ। ਅਸੀਂ ਸਾਰੀਆਂ ਉਹਨਾਂ ਦੇ ਨਾਕੇ ਤੋੜ ਕੇ ਜੋ ਕੁਝ ਵੀ ਕਰਨਾ ਪਿਆ ਸੀ ਉਵੇਂ ਜਾਵਾਂਗੇ ਉੱਥੇ। ਜਿਸ ਤਰ੍ਹਾਂ ਪੰਜਾਬ ਭਰ ਵਿੱਚ ਅੱਜ ਡੀਸੀ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਹੋ ਰਹੇ ਨੇ, ਪੂਰੇ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਕਿ ਕਾਂਗਰਸ ਵੀ ਇਹੋ ਜਿਹਾ ਕੋਈ ਵਿਰੋਧ ਕਰੇਗੀ? ਕਿਉਂਕਿ ਕਿਸਾਨਾਂ ਵਿਰੁੱਧ, ਲੋਕਾਂ ਵਿਰੁੱਧ, ਆਮ ਵਿਰੁੱਧ ਇੰਨੇ ਤੇ ਹਿੰਸਾ ਆ ਰਹੀ ਹੈ। ਕੀ ਤੁਹਾਡਾ ਸਿਰਫ ਰਾਜਪਾਲ ਨੂੰ ਮੰਗ ਪੱਤਰ ਦੇਣਾ ਕਾਫੀ ਹੈ ਜਾਂ ਤੁਸੀਂ ਕੁਝ ਹੋਰ ਵੀ ਕਰੋਗੇ? ਨਹੀਂ, ਇੱਥੋਂ ਤੱਕ ਕਾਫੀ ਨਹੀਂ। ਇਹ ਤਾਂ ਠੀਕ ਹੈ, ਅਸੀਂ ਅੱਜ ਰੋਸ ਪ੍ਰਗਟ ਇੱਥੇ ਗਵਰਨਰ ਹਾਊਸ ਦੇ ਸਾਹਮਣੇ ਕਰਨ ਆਏ ਆ। ਇਹਦਾ ਪਤਾ ਨਹੀਂ ਕਿੱਡਾ ਕੁ ਵੱਡਾ ਅਸੀਂ ਫੈਸਲਾ ਕਰਕੇ ਜਿਹੜਾ ਉਧਰ ਨੂੰ ਤਮਾਮ ਪੰਜਾਬ ਦੀ ਜਨਤਾ ਜਾਊਗੀ। ਅਸੀਂ ਫੈਸਲਾ ਜੋ ਆਪਣੀ ਕਮੇਟੀ, ਸਾਡੀ ਪਾਵਰ ਕਮੇਟੀ ਕਰੂਗੀ, ਅਸੀਂ ਬੱਚਾ ਬੱਚੀ ਜਾਊਗਾ ਪੰਜਾਬ ਦਾ। ਅੱਜ ਚੰਡੀਗੜ੍ਹ ਵਿੱਚ ਡੀਸੀ ਦੇ ਦਫ਼ਤਰ ਦੇ ਸਾਹਮਣੇ ਪੁਲਿਸ ਨੇ ਲੋਕਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਧੂ ਕੇ, ਜਿਨ੍ਹਾਂ ਵਿੱਚ ਡਾਕਟਰ ਪਿਆਰੇ ਲਾਲ ਗਰਗ, ਡਾਕਟਰ ਅਰੀਤ ਤੇ ਹੋਰ ਬਹੁਤ ਵਿਦਵਾਨ ਲੋਕ ਸ਼ਾਮਲ ਸਨ। ਮਰਜੀ ਉਹ ਸਾਨੂੰ ਘੜੀਸ ਛੱਡ ਦੇਣ, ਸਾਨੂੰ ਸਾਡੇ ਮਾਰੀ ਤਾਂ ਜਾਂਦੇ ਨੇ। ਘੜੀਸਣਾ ਤਾਂ ਬਹੁਤ ਛੋਟੀ ਗੱਲ ਹੈ। ਸਾਡੇ ਪਰਿਵਾਰਾਂ ਦੇ ਮਾਰ ਰਹੇ ਨੇ, ਇਸ ਤੋਂ ਵੱਧ ਕੀ ਹੋ ਸਕਦਾ ਹੈ? ਅਸੀਂ ਸਾਰੀ ਗੱਲ ਬਿਲਕੁਲ, ਅਸੀਂ ਪਿਛਲੇ ਸਾਡੇ ਜੋ ਇਤਿਹਾਸ ਦੱਸਦਾ ਇੱਕ ਸਿੰਘ 1.25 ਲੱਖ ਸੇ ਲੜਨ ਵਾਲੀ ਬਾਤ ਹੈ। ਇਸ ਕਰਕੇ ਪੰਜਾਬ ਦਾ ਬੱਚਾ ਬੱਚੀ ਇਸ ਲੜਾਈ ਵਿੱਚ ਸ਼ਾਮਲ ਹੋਊਗਾ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।